सत श्री अकाल जी। द खालस टीवी देखने वाले सारे दर्शकों का बहुत बहुत स्वागत है। अज 11 अगस्त है तो दिन बुधवार है। अज के दिन दी खास खबरां तुहानूं दस दिंदे आ। सब तो पहली खबर विद्यार्थियों के नाल जुड़ी हुई है। CBSE ने 10वीं ते 12वीं जमात दी परीक्षावां दी डेटशीट जारी कर दी है। जिहड़े विद्यार्थी नतीजे तो असंतुष्ट ने, कंपार्टमेंट वाले ने, प्राइवेट विद्यार्थी ने, वो ऑफलाइन पेपर दे सकणगे ते इन्हां पेपरां दा नतीजा 30 सितंबर नूं ऐलानिया जावेगा। बोर्ड ने 10वीं जमात का नतीजा लंघी 30 जुलाई ते 12वीं जमात का नतीजा जिहड़ा 3 अगस्त नूं ऐलानिया सी ते उस नतीजे तो जिहड़े विद्यार्थी संतुष्ट नहीं वो हुण नवें सिरे तो ऑफलाइन ਪ੍ਰੀਖਿਆਵਾਂ ਦੇ ਸਕਦੇ ਨੇ, ਪਰ ਉਹ ਬੋਰਡ ਵੱਲੋਂ ਜਾਰੀ ਕੀਤੀ ਯੋਗਤਾ ਜਿਹੜੀ ਉਹ ਪੂਰੀ ਕਰਦੇ ਹੋਣ। ਸੋ ਤੁਸੀਂ ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਤੇ ਜਾ ਕੇ ਸੰਪਰਕ ਕਰ ਸਕਦੇ ਹੋ, ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਪਟਿਆਲਾ ਦੇ ਵਿੱਚ ਮਜ਼ਦੂਰਾਂ ਦਾ ਧਰਨਾ ਦੂਸਰੇ ਦਿਨ ਵੀ ਕੱਲ ਜਾਰੀ ਰਿਹਾ ਤੇ ਅੱਜ ਤੀਸਰੇ ਦਿਨ ਵੀ ਜਾਰੀ ਰਹੇਗਾ। ਮਜ਼ਦੂਰਾਂ ਨੇ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਹੈ। ਪਟਿਆਲੇ ਵਿੱਚ ਮਜ਼ਦੂਰਾਂ ਦੇ ਧਰਨੇ ਵਿੱਚ ਵੱਡਾ ਇਕੱਠ ਜੁੜਿਆ ਹੋਇਆ ਹੈ। ਅਫਗਾਨਿਸਤਾਨ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਆਉਣ ਦੀ ਸਲਾਹ ਹੈ ਜਿਹੜੀ ਉਹ ਦਿੱਤੀ ਗਈ ਹੈ। ਖਬਰਾਂ ਦੇ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਾਂਗੇ। ਨੰਬਰ ਵੀ ਜਾਰੀ ਕੀਤੇ ਗਏ ਨੇ, ਉੱਥੇ ਰਹਿੰਦੇ ਜਿਹੜੇ ਲੋਕ ਹੈਗੇ ਨੇ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਣਗੇ। ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਵਿੱਚ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ। ਮੀਟਿੰਗ ਦੇ ਵਿੱਚ ਪੰਜਾਬ ਕੈਬਨਿਟ ਦੇ ਵਿੱਚ ਫੇਰਬਦਲ ਅਤੇ 18 ਨੁਕਾਤੀ ਏਜੰਡੇ ਦੇ ਉੱਤੇ ਗੱਲਬਾਤ ਕੀਤੀ ਗਈ। ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸਰਕਾਰ ਦੇ ਉੱਤੇ ਕੀਤੇ ਗਏ ਤਾਜ਼ੇ ਹਮਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਮੀਟਿੰਗ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਸਾਡੀ ਜਿਹੜੀ ਮੀਟਿੰਗ ਹੈ ਉਹ ਸੰਤੁਸ਼ਟੀਪੂਰਨ ਰਹੀ ਹੈ। ਹਾਲਾਂਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇਹ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ ਦੀ ਮੀਟਿੰਗ ਦੇ ਵਿੱਚ ਵਜ਼ਾਰਤੀ ਫੇਰਬਦਲ ਤੇ ਕੋਈ ਚਰਚਾ ਨਹੀਂ ਹੋਈ ਹੈ, ਸਿਰਫ 18 ਨੁਕਾਤੀ ਏਜੰਡੇ ਤੇ ਹੀ ਗੱਲਬਾਤ ਹੋਈ ਹੈ। ਤੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਵੀ ਮਿਲੇ ਨੇ। ਖਬਰ ਇਹ ਵੀ ਮਿਲ ਰਹੀ ਹੈ ਕਿ ਵਿਰੋਧੀ ਖੇਮੇ ਦੇ ਜਿਹੜੇ 5 ਵਜ਼ੀਰ ਹੈਗੇ ਨੇ ਉਹਨਾਂ ਨੇ ਵੀ ਸੋਨੀਆ ਗਾਂਧੀ ਤੋਂ ਮੀਟਿੰਗ ਦੇ ਲਈ ਸਮਾਂ ਮੰਗਿਆ। ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ। ਕੱਲ ਵੀ ਸਰਕਾਰ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਚਰਚਾ ਕਰਨ ਤੋਂ ਭੱਜ ਗਈ। ਲੋਕ ਸਭਾ ਦੇ ਬਾਹਰ ਕੱਲ ਕਾਂਗਰਸੀ ਤੇ ਅਕਾਲੀ ਇਕੱਠੇ ਦਿਖਾਈ ਦਿੱਤੇ ਤੇ ਲੋਕ ਸਭਾ ਦੇ ਅੰਦਰ ਹਰਸਿਮਰਤ ਕੌਰ ਬਾਦਲ ਅਤੇ ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ ਚੱਕਰਾਂ ਦੇ ਵਿੱਚ ਪਾਇਆ, ਘੇਰਿਆ। ਕਾਫੀ ਤਿੱਖੀ ਆਵਾਜ਼ ਦੇ ਵਿੱਚ ਉਹਨਾਂ ਨੇ ਆਪਣੀ ਤਕਰੀਰ ਦਿੱਤੀ। ਰਾਜ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਾਫੀ ਹੰਗਾਮਾ ਕੀਤਾ। ਮੁੱਦਾ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਖੇਤੀ ਕਾਨੂੰਨਾਂ ਦਾ ਹੀ ਰਿਹਾ। ਅਗਲੀ ਖਬਰ ਸੁਣ ਕੇ ਸ਼ਾਇਦ ਤੁਹਾਨੂੰ ਵੀ ਹੈਰਾਨੀ ਹੋਵੇਗੀ ਕਿਉਂਕਿ ਮੋਦੀ ਸਰਕਾਰ ਕਹਿ ਰਹੀ ਹੈ, ਦਾਅਵਾ ਕਰ ਰਹੀ ਹੈ, ਕੱਲ ਦਾਅਵਾ ਕੀਤਾ ਹੈ ਕਿ ਆਕਸੀਜਨ ਦੀ ਕਿੱਲਤ ਕਰਕੇ ਪੂਰੇ ਦੇਸ਼ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ ਵਿੱਚ ਸਿਰਫ ਇੱਕ ਮੌਤ ਹੋਈ ਹੈ ਤੇ ਉਹ ਵੀ ਸ਼ੱਕੀ ਹੈ। ਸਰਕਾਰ ਨੇ ਦੱਸਿਆ ਕਿ ਸਿਰਫ ਇੱਕ ਸੂਬੇ ਨੇ ਇੱਕ ਮੌਤ ਦੀ ਜਾਣਕਾਰੀ ਦਿੱਤੀ ਹੈ, ਉਹ ਵੀ ਸ਼ੱਕੀ ਮੌਤ। ਪਰ ਪਿਛਲੇ ਦਿਨ ਇਹ ਪਤਾ ਲੱਗਿਆ ਸੀ ਕਿ ਪੰਜਾਬ ਨੇ 4 ਮੌਤਾਂ ਦੀ ਜਾਣਕਾਰੀ ਦਿੱਤੀ ਹੈ, ਹਾਲਾਂਕਿ ਸ਼ੱਕੀ ਦੱਸੀਆਂ ਨੇ ਤੇ ਹੁਣ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਸਿਰਫ ਇੱਕ ਮੌਤ ਹੋਈ ਹੈ। ਬਹੁਤ ਹੀ ਹੈਰਾਨੀ ਹੁੰਦੀ ਹੈ ਜਦੋਂ ਪਿਛਲੇ ਸਮੇਂ ਦੇ ਅੰਕੜਿਆਂ ਨੂੰ ਦੇਖਦੇ ਹਾਂ, ਜਦੋਂ ਉਹਨਾਂ ਖਬਰਾਂ ਨੂੰ ਦੇਖਦੇ ਹਾਂ। ਹਸਪਤਾਲਾਂ ਦੇ ਵਿੱਚੋਂ ਅਜਿਹੀਆਂ ਖਬਰਾਂ ਆਈਆਂ ਸੀ ਕਿ ਇੰਨੀਆਂ ਮੌਤਾਂ ਇਸ ਹਸਪਤਾਲ ਦੇ ਵਿੱਚ ਆਕਸੀਜਨ ਦੀ ਕਮੀ ਕਰਕੇ ਹੋਈਆਂ ਨੇ। ਪੂਰੇ ਦੇਸ਼ ਵਿੱਚ ਆਕਸੀਜਨ ਦੀ ਹਫੜਾ ਦਫੜੀ ਮਚ ਗਈ ਸੀ ਤੇ ਸਰਕਾਰਾਂ ਹੁਣ ਇਹ ਕਹਿ ਰਹੀਆਂ ਨੇ ਕਿ ਕੋਈ ਮੌਤ ਹੀ ਨਹੀਂ ਹੋਈ। ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਥਾਂ ਦੇ ਉੱਤੇ ਪੁਲਿਸ ਦੇ ਨਾਕੇ ਨੇ ਜਿਹੜੇ ਉਹ ਲਾ ਦਿੱਤੇ ਗਏ ਨੇ। ਸਰਹੱਦੀ ਇਲਾਕੇ ਵਿੱਚੋਂ ਟਿਫਨ ਬੰਬ ਮਿਲਣ ਤੋਂ ਬਾਅਦ ਇਹ ਕਾਰਵਾਈ ਹੈ ਉਹ ਕੀਤੀ ਗਈ ਹੈ। 15 ਅਗਸਤ ਤੱਕ ਜਾਰੀ ਰਹੇਗੀ। ਸੁਪਰੀਮ ਕੋਰਟ ਨੇ ਅਪਰਾਧਿਕ ਕੇਸ ਦਰਜ ਹੋਏ MLAs ਅਤੇ MPs ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਇੱਕ ਵੱਡਾ ਐਲਾਨ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹਨਾਂ ਦੇ ਖਿਲਾਫ ਜਿਹੜੇ ਵੀ ਕੇਸ ਦਰਜ ਹੁੰਦੇ ਨੇ, ਸਿਆਸਤਦਾਨਾਂ ਦੇ ਖਿਲਾਫ ਜਿਹੜੇ ਵੀ ਕੇਸ ਦਰਜ ਹੁੰਦੇ ਨੇ ਉਹ ਹਾਈ ਕੋਰਟ ਦੀ ਆਗਿਆ ਤੋਂ ਬਿਨਾਂ ਰੱਦ ਨਹੀਂ ਹੋ ਸਕਦੇ, ਚਾਹੇ ਦੂਸਰੀ ਧਿਰ ਹੈ ਜਿਹੜੀ ਉਹ ਰਾਜ਼ੀ ਹੋ ਜਾਵੇ। ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ RTI ਐਕਟ ਦੀ ਸੰਘੀ ਘੁੱਟਣ ਲੱਗੀ ਹੈ। ਪੰਜਾਬ ਸਰਕਾਰ ਨੇ ਸੂਚਨਾ ਅਧਿਕਾਰ ਕਾਨੂੰਨ ਤਹਿਤ ਸਰਕਾਰੀ ਫਾਈਲਾਂ ਵਿਚਲਾ ਸੱਚ ਦੱਬਿਆ ਰੱਖਣ ਲਈ ਤਾਜ਼ਾ ਹੁਕਮ ਜਾਰੀ ਕਰ ਦਿੱਤੇ ਨੇ। ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਮੋਤੀਆਂ ਵਾਲੀ ਸਰਕਾਰ ਨੇ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਵੱਲੋਂ ਚਿੱਠੀ ਜਾਰੀ ਕਰਵਾ ਦਿੱਤੀ ਹੈ। 9 ਅਗਸਤ ਨੂੰ ਜਾਰੀ ਚਿੱਠੀ ਰਾਹੀਂ ਨਿੱਜੀ ਸੂਚਨਾ ਦਾ ਦਾਇਰਾ ਇੰਨਾ ਵੱਡਾ ਕਰ ਦਿੱਤਾ ਗਿਆ ਕਿ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਖੰਭ ਤਾਂ ਵੱਢ ਹੀ ਦਿੱਤੇ ਗਏ ਨੇ। ਇਹ ਚਿੱਠੀ ਸਾਰੇ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਹਾਈ ਕੋਰਟ ਦੇ ਰਜਿਸਟਰਾਰ ਤੇ ਸਾਰੇ SDMs ਨੂੰ ਜਾਰੀ ਕਰ ਦਿੱਤੀ ਗਈ ਹੈ। ਸਰਕਾਰ ਦੇ ਇਸ ਤਾਨਾਸ਼ਾਹੀ ਫਰਮਾਨ ਤੋਂ ਬਾਅਦ RTI
ਕਾਰਕੁਨ ਕੁਲਦੀਪ ਸਿੰਘ ਖਹਿਰਾ ਨੇ ਇਸ ਫੈਸਲੇ ਨੂੰ ਲੋਕ ਵਿਰੋਧੀ ਦੱਸਿਆ ਹੈ। ਸੋ ਇਸ ਫੈਸਲੇ ਤੋਂ ਬਾਅਦ ਜ਼ਾਹਿਰ ਤੌਰ ਤੇ ਤੁਸੀਂ ਪੰਜਾਬ ਦੇ ਵਿੱਚ RTI ਐਕਟ ਦੀ ਵਰਤੋਂ ਕਰ ਹੀ ਨਹੀਂ ਸਕਦੇ ਤੇ ਸਰਕਾਰ ਹੁਣ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਤੋਂ ਬਚ ਜਾਏਗੀ, ਯਾਨੀ ਕਿ ਸਰਕਾਰ ਦੇ ਭੇਤ ਜਨਤਕ ਹੋਣ ਤੋਂ ਬਚ ਜਾਣਗੇ। ਚਿੱਠੀ ਦੇ ਮੁਤਾਬਿਕ ਹੁਣ ਭਵਿੱਖ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਪੇਸ਼ੇਵਰ ਜਾਣਕਾਰੀ ਨਾਲ ਸੰਬੰਧਿਤ ਰਿਕਾਰਡ, ਯੋਗਤਾ, ਮੈਡੀਕਲ ਰਿਕਾਰਡ, ਇਲਾਜ, ਦਵਾਈਆਂ, ਹਸਪਤਾਲਾਂ ਦੀ ਸੂਚੀ, ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਅਤੇ ਪਰਿਵਾਰਕ ਮੈਂਬਰਾਂ ਦੇ ਅਸਾਸਿਆਂ ਦੀ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਸਾਲਾਨਾ ਗੁਪਤ ਰਿਪੋਰਟਾਂ, ਪਰਫਾਰਮੈਂਸ ਰਿਪੋਰਟ ਤੇ ਪ੍ਰੀਖਿਆ ਦੀ ਉੱਤਰ ਪੱਤਰੀ ਵੀ ਹੁਣ ਸੂਚਨਾ ਅਧਿਕਾਰ ਕਾਨੂੰਨ ਤਹਿਤ ਹਾਸਲ ਹੀ ਨਹੀਂ ਕੀਤੀ ਜਾ ਸਕਦੀ। ਇੰਨਾ ਵੱਡਾ ਜਿਹੜਾ ਲੋਕ ਮਾਰੂ ਕਦਮ ਹੈ ਉਹ ਸਰਕਾਰ ਨੇ ਚੁੱਕਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਕਈ ਵਜ਼ੀਰ ਨੇ ਜਿਹੜੇ ਉਹ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਫਸੇ ਹੋਏ ਨੇ। ਕਈਆਂ ਦੇ ਤਾਂ ਸਬੂਤ ਵੀ ਸਾਹਮਣੇ ਆ ਗਏ ਨੇ। ਇਸੇ ਦਰਮਿਆਨ ਆਮ ਆਦਮੀ ਪਾਰਟੀ ਨੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ VP ਸਿੰਘ ਬਦਨੌਰ ਨੂੰ ਮੰਗ ਪੱਤਰ ਸੌਂਪਿਆ ਹੈ ਤੇ ਭ੍ਰਿਸ਼ਟ ਮੰਤਰੀਆਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਵਿੱਕੀ ਮਿੱਡੂ ਖੇੜਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਬਿਕਰਮ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਗੈਂਗਸਟਰਾਂ ਦੇ ਸਹਾਰੇ ਚੋਣਾਂ ਜਿੱਤਣਾ ਚਾਹੁੰਦੀ ਹੈ। ਸੁਖੀ ਰੰਧਾਵਾ ਨੂੰ ਬਿਕਰਮ ਮਜੀਠੀਆ ਨੇ ਵੀ ਗੈਂਗਸਟਰਾਂ ਦਾ ਮਾਈ ਬਾਪ ਦੱਸਿਆ। ਕਿਸਾਨਾਂ ਦੀ ਗੱਲ ਕਰ ਲਈਏ ਤਾਂ ਬਨੂੜ ਦੇ ਵਿੱਚ ਜੋ SHO ਨੇ ਕਿਸਾਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਸੀ, ਵੀਡੀਓ ਵਾਇਰਲ ਹੋਇਆ ਸੀ, ਉੱਥੇ ਕਿਸਾਨ ਹਾਲੇ ਵੀ ਡਟੇ ਹੋਏ ਨੇ। ਕਿਸਾਨਾਂ ਨੇ ਥਾਣੇਦਾਰ ਖਿਲਾਫ ਕਾਰਵਾਈ ਦੇ ਲਈ ਅਲਟੀਮੇਟਮ ਦੇ ਦਿੱਤਾ ਹੈ। ਕਿਸਾਨਾਂ ਦੀ ਮੰਗ ਹੈ ਕਿ ਇਸ SHO ਨੂੰ ਬਿਨਾਂ ਦੇਰੀ ਤੋਂ ਮੁਅੱਤਲ ਕੀਤਾ ਜਾਵੇ। ਜੇ ਥਾਣੇਦਾਰ ਨੂੰ ਮੁਅੱਤਲ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਆਪਣੀ ਅਗਵਾਈ ਹੇਠ ਇੱਥੇ ਸੜਕਾਂ ਜਾਮ ਕਰਨਗੇ। 16 ਅਗਸਤ ਤੱਕ ਦੀ ਜਿਹੜੀ ਚੇਤਾਵਨੀ ਹੈ, ਅਲਟੀਮੇਟਮ ਹੈ, ਉਹ ਕਿਸਾਨਾਂ ਨੇ ਦੇ ਦਿੱਤਾ। ਸਮਾਣਾ ਤੋਂ ਇੱਕ ਖਬਰ ਆਈ ਹੈ ਜਿੱਥੇ PRTC ਦੇ ਡਰਾਈਵਰ ਨੇ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ। ਦੇਰ ਸ਼ਾਮ PRTC ਬੱਸ ਦੇ ਡਰਾਈਵਰ ਨੇ ਬੱਸ ਭਾਖੜਾ ਪੁਲ ਦੇ ਨੇੜੇ ਸਮਾਣਾ ਚੀਕਾ ਰੋਡ ਤੇ ਖੜੀ ਕਰਕੇ ਨਹਿਰ 'ਚ ਛਾਲ ਮਾਰ ਦਿੱਤੀ। ਬੱਸ ਪਾਤੜਾਂ ਤੋਂ ਪਟਿਆਲਾ ਲਈ ਸ਼ਾਮ 6:20 ਤੇ ਕਰੀਬ 50 ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ, ਜਿਸ ਨੂੰ ਬੀਰੂ ਖਾਨ ਪਟਿਆਲਾ ਦੇ ਕੱਲਰ ਮਾਜਰੀ ਦਾ ਰਹਿਣ ਵਾਲਾ ਡਰਾਈਵਰ ਚਲਾ ਰਿਹਾ ਸੀ। ਉਸਨੇ ਭਾਖੜਾ ਪੁਲ ਦੇ ਨੇੜੇ ਇੱਕ ਸਾਈਡ ਤੇ ਖੜੀ ਕਰਕੇ ਤੁਰੰਤ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਤੇ ਸਵਾਰੀਆਂ ਦੇਖਦੀਆਂ ਹੀ ਰਹਿ ਗਈਆਂ। ਪੰਜਾਬ ਸਰਕਾਰ ਨੇ ਸਿਆਸੀ ਦਬਾਅ ਵਧਣ ਕਰਕੇ ਕੱਲ ਜੰਡਿਆਲਾ ਗੁਰੂ ਦੇ ਖੁਰਾਕ ਸਕੈਂਡਲ ਮਾਮਲੇ ਵਿੱਚ 2 ਹੋਰ ਉੱਚ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ। ਵਿਰੋਧੀ ਧਿਰਾਂ ਨੇ ਇਸ ਮਾਮਲੇ ਤੇ ਖੁਰਾਕ ਤੇ ਸਪਲਾਈ ਮੰਤਰੀ ਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸਰਕਾਰ ਨੇ ਸਖਤ ਕਦਮ ਚੁੱਕੇ ਨੇ। ਹਰਿਆਣਾ ਸਰਕਾਰ ਨੇ ਸਾਰੀਆਂ ਬੀਬੀਆਂ ਨੂੰ ਰੱਖੜੀ ਦਾ ਤੋਹਫਾ ਦਿੰਦਿਆਂ ਔਰਤਾਂ ਅਤੇ 15 ਸਾਲ ਤੱਕ ਦੀਆਂ ਬੱਚੀਆਂ ਨੂੰ ਇਸ ਸਾਲ ਵੀ ਮੁਫਤ ਬੱਸ ਸਫ਼ਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ। ਗੁਰਦਾਸਪੁਰ ਤੋਂ ਖਬਰ ਹੈ ਜਿੱਥੇ ਸੰਪਰਕ ਟੁੱਟਣ ਕਾਰਨ 에ਅਰ ਫੋਰਸ ਦਾ ARPA ਡਰੋਨ ਕੱਲ ਬਲਾਕ ਕਲਾਨੌਰ ਅਧੀਨ ਪੈਂਦੇ ਸਰਹੱਦੀ ਪਿੰਡ ਮਾਲੋ ਗਿੱਲ ਦੇ ਖੇਤਾਂ ਵਿੱਚ ਜਾ ਡਿੱਗਿਆ, ਜਿਸ ਨੂੰ ਲਗਭਗ 1.5 ਘੰਟੇ ਬਾਅਦ 에ਅਰ ਫੋਰਸ ਦੇ ਜਵਾਨਾਂ ਨੇ ਕਬਜ਼ੇ ਵਿੱਚ ਲਿਆ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਹਰਿਆਣਾ ਦੇ ਸੋਨੀਪਤ ਤੋਂ ਦਰਿੰਦਗੀ ਭਰੀ ਖਬਰ ਆ ਰਹੀ ਹੈ। ਇੱਥੇ 4 ਜਣਿਆਂ ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਨਾਬਾਲਿਗ ਭੈਣਾਂ ਨਾਲ ਸਮੂਹਿਕ ਜਬਰ ਜਨਾਹ ਕੀਤਾ। ਇੰਨਾ ਹੀ ਨਹੀਂ, ਜਬਰ ਜਨਾਹ ਕਰਨ ਤੋਂ ਬਾਅਦ ਦੋਵੇਂ ਭੈਣਾਂ ਨੂੰ ਜ਼ਹਿਰੀਲੀ ਚੀਜ਼ ਪਿਆ ਕੇ ਮਾਰ ਦਿੱਤਾ। ਇਸ ਦੋਸ਼ ਦੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਵੀ ਕਰ ਲਿਆ। ਇਹਨਾਂ ਮੁਲਜ਼ਮਾਂ ਨੇ ਜਬਰ ਜਨਾਹ ਹੀ ਨਹੀਂ ਕੀਤਾ, ਭੈਣਾਂ ਨੂੰ ਮਾਰਿਆ ਹੀ ਨਹੀਂ, ਬਲਕਿ ਬਾਕੀ ਜਿਹੜੇ ਬੱਚੇ, ਬਾਕੀ ਭੈਣ ਭਰਾ ਇਹਨਾਂ ਭੈਣਾਂ ਦੇ ਸਨ ਤੇ ਉਸਦੀ ਮਾਂ ਉਹਨਾਂ ਨੂੰ ਧਮਕੀ ਵੀ ਦਿੱਤੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਅਸੀਂ ਤੁਹਾਨੂੰ ਜਾਨੋਂ ਮਾਰ ਦਿਆਂਗੇ। ਉਸ ਤੋਂ ਬਾਅਦ ਮੁਲਜ਼ਮਾਂ ਤੇ ਪਰਿਵਾਰ ਨੇ ਪਹਿਲਾਂ ਇਹ ਕਿਹਾ ਸੀ ਕਿ ਦੋਵਾਂ ਭੈਣਾਂ ਦੀ ਮੌਤ ਸੱਪ ਦੇ ਡੰਗਣ ਕਰਕੇ ਹੋਈ ਹੈ, ਪਰ ਪੋਸਟਮਾਰਟਮ ਜਦੋਂ ਕੀਤਾ ਗਿਆ ਤਾਂ ਡਾਕਟਰ ਨੇ ਜਬਰ ਜਨਾਹ ਤੇ ਜ਼ਹਿਰ ਕਾਰਨ ਮੌਤ ਹੋਣ ਦਾ ਖੁਲਾਸਾ ਕੀਤਾ ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਜਦੋਂ ਮਾਮਲਾ ਖੰਗਾਲਿਆ ਤਾਂ ਪਰਿਵਾਰ ਨੇ ਦੱਸਿਆ ਕਿ ਇਹਨਾਂ ਨੇ ਦੋਵੇਂ ਬੱਚੀਆਂ ਦੇ ਨਾਲ ਪਹਿਲਾਂ ਜਬਰ ਜਨਾਹ ਕੀਤਾ, ਫਿਰ ਦੋਵੇਂ ਧੀਆਂ ਨੂੰ ਜ਼ਹਿਰੀਲਾ ਪਦਾਰਥ ਪੀਣ ਦੇ ਲਈ ਮਜਬੂਰ ਕੀਤਾ ਤੇ ਫਿਰ ਮਾਂ ਨੂੰ ਤੇ ਬਾਕੀ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਪੂਰੀ ਰਾਤ ਕਮਰੇ ਦੇ ਵਿੱਚ ਰੱਖਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਭਾਰਤੀ ਦੂਤਾਵਾਸ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਅਫਗਾਨਿਸਤਾਨ ਚੋਂ ਫੌਰਨ ਨਿਕਲ ਆਓ। ਜਿਹੜੇ ਵੀ ਉੱਥੇ ਪ੍ਰਸ਼ਾਸਕੀ ਅਧਿਕਾਰੀ ਨੇ, ਸਰਕਾਰੀ ਅਧਿਕਾਰੀ ਨੇ, ਉਹ ਉੱਥੋਂ ਜਲਦੀ ਨਿਕਲ ਆਉਣ। ਖਾਸ ਜਹਾਜ਼ ਦਾ ਇੰਤਜ਼ਾਮ ਵੀ ਕਰ ਦਿੱਤਾ ਗਿਆ। ਕਾਬਲ ਸਥਿਤ ਭਾਰਤੀ ਦੂਤਾਵਾਸ ਨੇ ਅਫਗਾਨਿਸਤਾਨ ਦੇ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਕਿਹਾ ਕਿ ਤਤਕਾਲ ਯਾਨੀ ਕਿ ਐਮਰਜੈਂਸੀ ਦੇ ਵਿੱਚ ਭਾਰਤ ਵਾਪਸ ਆਉਣ ਦੇ ਲਈ ਤੁਸੀਂ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿਓ। ਭਾਰਤੀ ਦੂਤਾਵਾਸ ਨੇ ਅਫਗਾਨਿਸਤਾਨ ਦੇ ਵਿੱਚ ਕੰਮ ਕਰ ਰਹੀਆਂ ਕੰਪਨੀਆਂ ਨੂੰ ਵੀ ਪ੍ਰੋਜੈਕਟ ਸਾਈਟਾਂ ਤੋਂ ਆਪਣੇ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦੀ ਸਲਾਹ ਦਿੱਤੀ ਹੈ, ਵਾਪਸ ਭਾਰਤ ਆਉਣ ਦੀ ਸਲਾਹ ਦੇ ਦਿੱਤੀ ਹੈ।
ਅਫਗਾਨਿਸਤਾਨ ਦੇ ਮਜ਼ਾਰ ਸ਼ਰੀਫ ਸਥਿਤ ਭਾਰਤੀ ਕੌਂਸਲੇਟ ਨੇ ਜਾਣਕਾਰੀ ਦਿੱਤੀ ਹੈ ਕਿ ਮੰਗਲਵਾਰ ਸ਼ਾਮ ਨੂੰ ਇੱਕ ਖਾਸ ਜਹਾਜ਼ ਹੈ ਜਿਹੜਾ ਉਹ ਨਵੀਂ ਦਿੱਲੀ ਲਈ ਰਵਾਨਾ ਹੋ ਰਿਹਾ ਹੈ। ਯਾਨੀ ਕਿ ਜਿਹੜਾ ਅਫਗਾਨਿਸਤਾਨ ਹੈ ਉੱਥੋਂ ਨਵੀਂ ਦਿੱਲੀ ਵਾਸਤੇ ਮੰਗਲਵਾਰ ਸ਼ਾਮ ਨੂੰ ਜਹਾਜ਼ ਰਵਾਨਾ ਹੋਇਆ। ਮਜ਼ਾਰ ਸ਼ਰੀਫ ਅਤੇ ਇਸ ਦੇ ਆਸ-ਪਾਸ ਮੌਜੂਦ ਭਾਰਤੀ ਨਾਗਰਿਕਾਂ ਨੂੰ ਖਾਸ ਜਹਾਜ਼ਾਂ ਰਾਹੀਂ ਦਿੱਲੀ ਲਈ ਰਵਾਨਾ ਹੋਣ ਦੀ ਬੇਨਤੀ ਕੀਤੀ ਗਈ ਹੈ। ਮਜ਼ਾਰ ਸ਼ਰੀਫ ਸਥਿਤ ਭਾਰਤੀ ਕੌਂਸਲੇਟ ਨੇ ਆਪਣੇ ਇੱਕ ਟਵੀਟ ਦੇ ਵਿੱਚ ਕਿਹਾ ਕਿ ਖਾਸ ਜਹਾਜ਼ਾਂ ਰਾਹੀਂ ਨਵੀਂ ਦਿੱਲੀ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਆਪਣਾ ਪੂਰਾ ਨਾਮ, ਪਾਸਪੋਰਟ ਨੰਬਰ ਅਤੇ ਮਿਆਦ ਪੁੱਗਣ ਦੀ ਆਖਰੀ ਤਰੀਕ ਦੀ ਜਾਣਕਾਰੀ ਯਾਨੀ ਕਿ ਪਾਸਪੋਰਟ ਦੀ ਐਕਸਪਾਇਰੀ ਡੇਟ ਦੀ ਜਾਣਕਾਰੀ 2 WhatsApp ਨੰਬਰਾਂ ਤੇ ਦੇਣੀ ਚਾਹੀਦੀ ਹੈ। ਤੁਰੰਤ ਤੁਸੀਂ ਦਿਓ। ਜਿਹੜੇ ਵੀ ਅਫਗਾਨਿਸਤਾਨ ਦੇ ਵਿੱਚ ਭਾਰਤੀ ਵਸ ਰਹੇ ਨੇ ਉਹ 2 ਨੰਬਰ ਨੋਟ ਕਰ ਲੈਣ, 0785 891 303 ਤੇ 0785 891 301। ਸੋ ਦੁਬਾਰਾ ਨੰਬਰ ਦੱਸ ਦਿੰਦੇ ਆ, 0785 891 303 0785 891 301। ਸੋ ਇਹਨਾਂ ਨੰਬਰਾਂ ਤੇ ਤੁਸੀਂ ਆਪਣੇ ਪਾਸਪੋਰਟ ਦੀ ਜਾਣਕਾਰੀ ਹੈ ਜਿਹੜੀ ਉਹ ਦੇ ਸਕਦੇ ਹੋ। ਤੇ ਇਸ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਇੱਕ ਵਿਆਪਕ ਸੁਰੱਖਿਆ ਸਲਾਹਕਾਰ ਯਾਨੀ ਕਿ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ, ਜਿਹਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਪਰਤਣ ਦੀ ਸਲਾਹ ਦਿੱਤੀ ਗਈ ਹੈ ਜਿਹੜੇ ਵੀ ਅਫਗਾਨਿਸਤਾਨ ਦੇ ਵਿੱਚ ਰਹਿੰਦੇ ਨੇ। ਸੋ ਅਫਗਾਨਿਸਤਾਨ ਦੇ ਵਿੱਚ ਹਾਲਾਤ ਇਸ ਕਦਰ ਜਿਹੜੇ ਖਰਾਬ ਹੋ ਗਏ ਨੇ ਕਿਉਂਕਿ ਉੱਥੇ ਤਾਲਿਬਾਨ ਅਤੇ ਅਫਗਾਨੀ ਫੌਜਾਂ ਦੇ ਵਿਚਾਲੇ ਯੁੱਧ ਹੈ ਜਿਹੜਾ ਉਹ ਖਤਮ ਨਹੀਂ ਹੁੰਦਾ ਦਿਖਾਈ ਦੇ ਰਿਹਾ, ਥੰਮਦਾ ਵੀ ਨਹੀਂ ਦਿਖਾਈ ਦੇ ਰਿਹਾ। ਤਾਲਿਬਾਨ ਅੱਗੇ ਦੀ ਅੱਗੇ ਵੱਧਦਾ ਜਾ ਰਿਹਾ ਜਦੋਂ ਤੋਂ ਅਮਰੀਕਾ ਨੇ ਆਪਣੇ ਫੌਜੀ ਵਾਪਸ ਬੁਲਾਉਣੇ ਸ਼ੁਰੂ ਕੀਤੇ ਨੇ। ਤੇ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਅਫਗਾਨਿਸਤਾਨ ਦੇ ਵਿੱਚ ਸਿੱਖ ਭਾਈਚਾਰਾ ਤੇ ਹਿੰਦੂ ਭਾਈਚਾਰਾ ਵੀ ਵਸਦਾ ਹੈ। ਘੱਟ ਗਿਣਤੀਆਂ ਹੋਣ ਦੇ ਕਾਰਨ ਉੱਥੇ ਇਹਨਾਂ ਦੋਵੇਂ ਭਾਈਚਾਰਿਆਂ ਨੂੰ ਬੜੀਆਂ ਮੁਸ਼ਕਿਲਾਂ ਆਉਂਦੀਆਂ ਨੇ। ਸੋ ਜਿਹੜੇ ਵੀ ਸਿੱਖ ਭਾਈਚਾਰੇ ਤੇ ਹਿੰਦੂ ਭਾਈਚਾਰੇ ਦੇ ਲੋਕ ਨੇ ਜਾਂ ਜਿਹੜੇ ਵੀ ਭਾਰਤੀ ਉੱਥੇ ਮੌਜੂਦ ਨੇ ਉਹਨਾਂ ਸਾਰਿਆਂ ਨੂੰ ਅਸੀਂ ਵੀ ਅਪੀਲ ਕਰਦੇ ਹਾਂ ਕਿ ਉਹ ਜਲਦੀ ਮੁਲਕ ਵਾਪਸ ਪਰਤ ਆਉਣ। ਵਿਸ਼ੇਸ਼ ਜਹਾਜ਼ਾਂ ਦੇ ਲਈ ਤੁਸੀਂ ਇਹਨਾਂ ਨੰਬਰਾਂ ਤੇ ਜ਼ਰੂਰ ਸੰਪਰਕ ਕਰੋ। ਅਗਲੀ ਖਬਰ ਪੰਜਾਬ ਦੇ ਵਿੱਚ ਹਾਈ ਅਲਰਟ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਗੁਰੂ ਕੀ ਨਗਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਡਾਲੇਕੇ ਅਤੇ ਅਟਾਰੀ ਦੇ ਪਿੰਡ ਬੱਚੀਵਿੰਡ ਦੇ ਵਿੱਚ ਟਿਫਨ ਬੰਬ ਮਿਲਣ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਦੇ ਹੈ। ਇਸ ਤੇ ਚੱਲਦਿਆਂ ਪੰਜਾਬ 'ਚ ਹਾਈ ਅਲਰਟ ਪੂਰੇ ਪੰਜਾਬ 'ਚ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ ਪੁਲਿਸ ਨੇ ਥਾਂ-ਥਾਂ ਤੇ ਨਾਕੇ ਲਾਏ ਨੇ। ਐਸਐਸਪੀਜ਼ ਦੇ ਨਾਲ ਐਸਪੀ ਪੱਧਰ ਦੇ 32 ਅਧਿਕਾਰੀ ਤਾਇਨਾਤ ਕੀਤੇ ਗਏ ਨੇ ਤੇ ਪੁਲਿਸ ਦੇ ਵੱਲੋਂ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡੀਜੀਪੀ ਦਿਨਕਰ ਗੁਪਤਾ ਤੇ ਐਸਐਸਪੀ ਹਰਮਨਵੀਰ ਸਿੰਘ ਗਿੱਲ ਦੀਆਂ ਹਦਾਇਤਾਂ ਦੇ ਉੱਤੇ ਖਾਸ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਤਲੁਜ ਦਰਿਆ ਤੇ ਹੋਰ ਕਈ ਅਹਿਮ ਥਾਵਾਂ ਦੇ ਉੱਤੇ ਗਸ਼ਤ ਹੈ ਜਿਹੜੀ ਉਹ ਤੇਜ਼ ਕਰ ਦਿੱਤੀ ਗਈ ਹੈ। ਸੂਬੇ ਦੇ ਵਿੱਚ ਹਾਈ ਅਲਰਟ ਦੌਰਾਨ ਆਜ਼ਾਦੀ ਦਿਹਾੜੇ ਤੇ ਸੁਰੱਖਿਆ ਦੀ ਪੁਖਤਾ ਵਿਵਸਥਾ ਕੀਤੀ ਜਾ ਰਹੀ ਹੈ। 15 ਅਗਸਤ ਤੱਕ ਇਹ ਹਾਈ ਅਲਰਟ ਹੈ ਜਿਹੜਾ ਉਹ ਜਾਰੀ ਰਹੇਗਾ। ਏਅਰਪੋਰਟ ਹੋਣ, ਬੱਸ ਅੱਡੇ ਹੋਣ ਜਾਂ ਹੋਰ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ, ਇਹਨਾਂ ਥਾਵਾਂ ਤੇ ਪੁਲਿਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗਸ਼ਤ ਤੇਜ਼ ਕਰਨ ਤੋਂ ਇਲਾਵਾ ਸੂਬਾ ਭਰ ਦੇ ਵਿੱਚ ਪੁਲਿਸ ਦੇ ਵੱਲੋਂ ਅੰਤਰ ਜ਼ਿਲ੍ਹਾ ਹੱਦਾਂ ਦੇ ਉੱਤੇ ਨਾਕੇ ਲਾਏ ਗਏ ਨੇ ਤੇ ਹਰ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਨੇ ਹਦਾਇਤਾਂ ਜਾਰੀ ਕੀਤੀਆਂ ਨੇ। ਬੱਚਿਆਂ ਦੇ ਲਈ ਲਾਵਾਰਿਸ ਰੱਖਿਆ ਗਿਆ। ਜੇ ਕੋਈ ਲੰਚ ਬਾਕਸ ਤੁਹਾਨੂੰ ਮਿਲੇ ਤਾਂ ਉਸ ਦੇ ਵਿੱਚ ਬੰਬ ਹੋ ਸਕਦਾ ਹੈ, ਧਿਆਨ ਰੱਖੋ। ਕਾਰਟੂਨ ਬਣੇ ਹੋਏ ਚਮਕਦਾਰ ਬ੍ਰਾਂਡਡ ਟਿਫਨ ਬਾਕਸ ਤੋਂ ਵੀ ਸਾਵਧਾਨ ਰਹੋ। ਜੇ ਤੁਸੀਂ ਕੋਈ ਵੀ ਹੈਰਾਨੀਜਨਕ ਵਸਤੂ ਦੇਖਦੇ ਹੋ ਉਸ ਨੂੰ ਹੱਥ ਨਾ ਲਾਓ। ਜੇਕਰ ਕੋਈ ਸ਼ੱਕੀ ਜਾਂ ਲਵਾਰਿਸ ਚੀਜ਼ ਪਈ ਹੈ ਤਾਂ ਇਸ ਦੀ ਸੂਚਨਾ ਜਿਹੜੀ ਹੈ ਉਹ ਪੁਲਿਸ ਨੂੰ ਦਿਓ। ਸੋ ਇਹ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਪੰਜਾਬੀਆਂ ਦੇ ਲਈ। ਕਰੋਨਾ ਮਹਾਮਾਰੀ ਦੇ ਲੰਬੇ ਅਰਸੇ ਤੋਂ ਬਾਅਦ ਸਕੂਲ ਕੁਝ ਦਿਨ ਪਹਿਲਾਂ ਹੀ ਖੁੱਲਣੇ ਸ਼ੁਰੂ ਹੋਏ ਸੀ, ਪਰ ਲੁਧਿਆਣੇ ਦੇ 2 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਬਸਤੀ ਜੋਧੇਵਾਲ ਦੇ ਸਰਕਾਰੀ ਸਕੂਲ ਦੇ ਵਿੱਚ 8 ਬੱਚੇ ਕਰੋਨਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਹੁਣ 24 ਅਗਸਤ ਤੱਕ ਸਕੂਲ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ ਹੈ। ਸਾਰੇ ਵਿਦਿਆਰਥੀਆਂ ਤੇ ਸਟਾਫ ਦਾ ਸਕੂਲ ਦੇ ਵਿੱਚ ਹੀ ਕਰੋਨਾ ਟੈਸਟ ਕੀਤਾ ਜਾਏਗਾ। ਸਿਰਫ 41 ਟੈਸਟ ਹੋਏ ਸੀ ਜਿਨ੍ਹਾਂ ਦੇ ਵਿੱਚੋਂ 8 ਵਿਦਿਆਰਥੀ ਪੋਜ਼ਿਟਿਵ ਪਾਏ ਗਏ ਨੇ ਤੇ ਇੱਥੇ 700 ਪ੍ਰਾਇਮਰੀ ਸਕੂਲ ਦੇ ਬੱਚੇ ਪੜ੍ਹਦੇ ਨੇ ਤੇ 2200 ਦੇ ਕਰੀਬ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਨੇ। ਇਸ ਦੇ ਨਾਲ ਹੀ ਇੱਕ ਹੋਰ ਸਕੂਲ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਲੁਧਿਆਣੇ ਦੇ ਸਰਕਾਰੀ ਹਾਈ ਸਕੂਲ ਕੈਲਾਸ਼ ਨਗਰ ਦੇ ਵੀ 12 ਵਿਦਿਆਰਥੀਆਂ ਦੀ ਕਰੋਨਾ ਰਿਪੋਰਟ ਹੈ ਜਿਹੜੀ ਉਹ ਪੋਜ਼ਿਟਿਵ ਆਈ ਹੈ। ਸਿਹਤ ਵਿਭਾਗ ਦੇ ਵੱਲੋਂ ਸਕੂਲਾਂ ਦੇ ਵਿੱਚ ਰੈਪਿਡ ਟੈਸਟਿੰਗ ਦੇ ਦੌਰਾਨ ਇਹ ਸਾਰੇ ਮਾਮਲੇ ਸਾਹਮਣੇ ਆਏ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਦੋਵੇਂ ਸਕੂਲਾਂ ਨੂੰ 24 ਅਗਸਤ ਤੱਕ ਬੰਦ ਰੱਖਣ ਦਾ ਜਿਹੜਾ ਹੁਕਮ ਦਿੱਤਾ ਹੈ। ਕੈਪਟਨ ਦਿੱਲੀ ਵਿੱਚ ਤੇ ਸਿੱਧੂ ਸਾਹਿਬ ਚੰਡੀਗੜ੍ਹ ਦੇ ਵਿੱਚ ਸਰਗਰਮ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਦਿੱਲੀ ਦੇ ਵਿੱਚ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ, ਉੱਥੇ ਪੰਜਾਬ ਦੇ ਵਿੱਚ ਸਿੱਧੂ ਵੀ ਕਾਫੀ ਐਕਟਿਵ ਨੇ। ਕੈਪਟਨ ਨੇ
ਦਿੱਲੀ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀਆਂ ਦੇ ਨਾਲ ਵੀ ਮੀਟਿੰਗ ਕੀਤੀ ਹੈ ਤੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਹ ਚੰਡੀਗੜ੍ਹ ਦੇ ਵਿੱਚ ਕਾਫੀ ਐਕਟਿਵ ਦਿਸੇ। ਪਛੜੀਆਂ ਸ਼੍ਰੇਣੀਆਂ ਦੇ ਲੀਡਰਾਂ ਨਾਲ ਮੀਟਿੰਗ ਕੀਤੀ ਤੇ ਪਾਰਟੀ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਮਿਲੇ। ਕੈਪਟਨ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੇ ਲਈ ਕਿਸਾਨਾਂ ਨੂੰ ਵੱਧ ਰੇਟ ਦੇਣ ਦਾ ਮਸਲਾ ਚੁੱਕਿਆ। ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਉਹਨਾਂ ਨੇ ਸਰਹੱਦੀ ਸੂਬੇ ਪੰਜਾਬ ਦੇ ਅਮਨ ਕਾਨੂੰਨ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਕੈਪਟਨ ਦੇ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਦੇ ਵਿੱਚ ਕੈਬਨਿਟ ਦੇ ਵਿੱਚ ਫੇਰਬਦਲ ਬਾਰੇ ਚਰਚਾ ਕੀਤੇ ਜਾਣ ਦੀ ਖਬਰ ਹੈ ਜਿਹੜੀ ਉਹ ਮਿਲ ਰਹੀ ਹੈ। ਮੰਤਰੀ ਮੰਡਲ ਦੇ ਵਿੱਚ ਕਈਆਂ ਨੂੰ ਖੁੱਡੇ ਲਾਈਨ ਵੀ ਲਾਇਆ ਜਾ ਸਕਦਾ ਹੈ ਤੇ ਕਈ ਮੰਤਰੀਆਂ ਨੂੰ ਝੰਡੇ ਵਾਲੀ ਕਾਰ ਹੈ ਜਿਹੜੀ ਉਹ ਵੀ ਦਿੱਤੀ ਜਾ ਸਕਦੀ ਹੈ। ਕਈਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਨੇ, ਇਹ ਵੀ ਖਬਰਾਂ ਮਿਲੀਆਂ ਨੇ। ਸੋ ਕੈਪਟਨ ਨੇ ਜਿਹੜੇ ਉਹ ਦਿੱਲੀ ਤੋਂ ਕਿਹੜੀ ਸੂਚੀ ਲੈ ਕੇ ਆਉਣਗੇ ਉਸ ਬਾਰੇ ਜਾਣਕਾਰੀ ਆਉਣੀ ਬਾਕੀ ਹੈ। ਤੇ ਇਧਰ ਸਿੱਧੂ ਨੇ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਤੇ ਪੰਜਾਬ ਕਾਂਗਰਸ ਦੇ ਪਛੜੀਆਂ ਸ਼੍ਰੇਣੀਆਂ ਭਾਈਚਾਰਾ ਭਲਾਈ ਸੈੱਲ ਦੇ ਚੇਅਰਮੈਨ ਗੁਰਿੰਦਰ ਸਿੰਘ ਬਿੱਲਾ ਦੇ ਸਹਿਯੋਗ ਨਾਲ ਕੀਤੀ ਗਈ ਬੈਠਕ ਦੇ ਵਿੱਚ ਪਛੜੀਆਂ ਜਾਤੀਆਂ ਭਾਈਚਾਰੇ ਦੀ ਪੰਜਾਬ ਕਾਂਗਰਸ ਲੀਡਰਸ਼ਿਪ ਦੇ 9 ਵਿਧਾਇਕਾਂ, ਪੰਜਾਬ ਕਾਂਗਰਸ ਦੇ ਪਛੜੀਆਂ ਸ਼੍ਰੇਣੀਆਂ ਭਾਈਚਾਰਾ ਭਲਾਈ ਸੈੱਲ ਦੇ ਅਹੁਦੇਦਾਰਾਂ, ਮੈਂਬਰਾਂ ਤੇ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਇਸ ਭਾਈਚਾਰੇ ਦੀਆਂ ਪ੍ਰਸਿੱਧ ਸ਼ਖਸੀਅਤਾਂ ਦੇ ਨਾਲ 3 ਘੰਟੇ ਤੋਂ ਵੀ ਲੰਬੀ ਬੈਠਕ ਕੀਤੀ ਅਤੇ ਕੋਈ ਡੂੰਘੀ ਵਿਚਾਰ ਚਰਚਾ ਜਿਹੜੀ ਉਹ ਕੀਤੀ ਗਈ ਹੈ। ਕਿਸਾਨ ਸੰਸਦ ਤਾਂ ਸੋਮਵਾਰ ਨੂੰ ਖਤਮ ਹੋ ਚੁੱਕੀ ਹੈ ਪਰ ਭਾਰਤੀ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਹਾਲੇ ਤੱਕ ਚੱਲ ਰਹੀ ਹੈ। 13 ਅਗਸਤ ਤੱਕ ਲਗਾਤਾਰ ਚੱਲਦੀ ਰਹੇਗੀ। ਪੰਜਾਬ ਦੇ ਕਾਂਗਰਸੀਆਂ ਅਤੇ ਅਕਾਲੀਆਂ ਨੇ ਰਲ ਕੇ ਮੰਗਲਵਾਰ ਨੂੰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਬੀਬਾ ਹਰਸਿਮਰਤ ਕੌਰ ਬਾਦਲ ਲੋਕ ਸਭਾ ਦੇ ਅੰਦਰ ਆਪਣੇ ਸਾਬਕਾ ਆਕਾ ਦੇ ਮੂਹਰੇ ਪੂਰੇ ਜੋਸ਼ ਦੇ ਨਾਲ ਗੱਜਦੇ ਦੇਖੇ ਗਏ। ਸੰਸਦ ਕੰਪਲੈਕਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਸਾਂਸਦਾਂ ਨੇ ਇਕੱਠਿਆਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੇ ਵਿੱਚ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਮੁਹੰਮਦ ਸਦੀਕ ਅਤੇ ਜਸਵੀਰ ਸਿੰਘ ਡਿੰਪਾ ਸਮੇਤ ਬਹੁਜਨ ਸਮਾਜ ਪਾਰਟੀ ਦੇ MP ਵੀ ਮੌਜੂਦ ਸਨ। ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀਆਂ ਤਸਵੀਰਾਂ ਲਹਿਰਾਈਆਂ ਤੇ ਬੈਨਰ ਵੀ ਹੱਥ ਦੇ ਵਿੱਚ ਫੜ ਕੇ ਸਰਕਾਰ ਨੂੰ ਦਿਖਾਏ, ਜਿਨ੍ਹਾਂ ਤੇ ਕੇਂਦਰ ਸਰਕਾਰ ਕਰ ਲੈ ਪਹਿਚਾਨ ਇਹ ਹੈ ਹਮਾਰਾ ਸ਼ਹੀਦ ਕਿਸਾਨ ਲਿਖਿਆ ਹੋਇਆ ਸੀ। ਜ਼ੋਰ ਦੇ ਕੇ ਹਰਸਿਮਰਤ ਨੇ ਕਿਹਾ ਕਿ 2024 ਵਿੱਚ NDA ਸਰਕਾਰ ਚੱਲਦਾ ਹੋਵੇਗੀ ਤੇ ਕਿਸਾਨ ਪੱਖੀ ਸਰਕਾਰ ਬਣਨ ਦਾ ਰਾਹ ਹੈ ਜਿਹੜਾ ਉਹ ਪੱਧਰਾ ਹੋਵੇਗਾ। ਲੋਕ ਸਭਾ ਦੇ ਨਾਲ ਰਾਜ ਸਭਾ ਦੇ ਵਿੱਚ ਵੀ ਕਾਫੀ ਹੰਗਾਮਾ ਹੋਇਆ ਹੈ। 3 ਖੇਤੀ ਕਾਨੂੰਨਾਂ ਦੇ ਖਿਲਾਫ ਕਾਂਗਰਸ ਨੇ ਪੂਰੇ ਜ਼ੋਰ ਦੇ ਨਾਲ ਹੰਗਾਮਾ ਕੀਤਾ। ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤਾਂ ਜੋਸ਼ ਵਿੱਚ ਆ ਕੇ ਵੇਲ ਤੇ ਹੀ ਚਲੇ ਗਏ। ਗੁੱਸੇ ਵਿੱਚ ਆ ਕੇ ਸਪੀਕਰ ਦੀ ਕੁਰਸੀ ਵੱਲ ਫਾਈਲ ਵੀ ਉਹਨਾਂ ਨੇ ਵਗਾ ਕੇ ਮਾਰੀ। ਰਾਜ ਸਭਾ ਦੇ ਵਿੱਚ ਸਾਰੀ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ। ਸਦਨ ਦੀ ਕਾਰਵਾਈ ਦੇ ਵਿੱਚ ਕਾਫੀ ਵਿਘਨ ਪਾਇਆ। ਕਾਂਗਰਸ ਅਤੇ ਅਕਾਲੀਆਂ ਦੇ ਵਿੱਚ ਨੇੜਤਾ ਦੇ ਸੰਕੇਤ ਵੀ ਪਹਿਲਾਂ ਹੀ ਮਿਲਣ ਲੱਗ ਗਏ ਸੀ ਜਦੋਂ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਘਰ ਹੋਈ ਵਿਰੋਧੀ ਪਾਰਟੀਆਂ ਦੀ ਬੈਠਕ ਦੇ ਵਿੱਚ ਪੰਜਾਬ ਦੀਆਂ ਦੋਵੇਂ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਜਿਹੜੇ ਉਹ ਸ਼ਾਮਿਲ ਹੋਏ ਨੇ ਤੇ ਉਹੀ ਨਜ਼ਾਰਾ ਲੋਕ ਸਭਾ ਦੇ ਬਾਹਰ ਦੇਖਣ ਨੂੰ ਮਿਲਿਆ ਜਦੋਂ ਇਕੱਠੇ ਖੜ ਕੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਆਪਣਾ ਜਿਹੜਾ ਵਿਰੋਧ ਜਤਾ ਰਹੇ ਸੀ। ਕੈਨੇਡਾ ਸਰਕਾਰ ਨੇ ਕਰੋਨਾ ਕਾਰਨ ਭਾਰਤ ਤੋਂ ਸਿੱਧੀਆਂ ਉਡਾਣਾਂ ਤੇ ਲਾਈ ਹੋਈ ਪਾਬੰਦੀ ਨੂੰ 21 ਸਤੰਬਰ ਤੱਕ ਵਧਾ ਦਿੱਤਾ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਦੇ ਜਨ ਸਿਹਤ ਵਿਭਾਗ ਦੀਆਂ ਹਦਾਇਤਾਂ ਤੋਂ ਬਾਅਦ ਇਹ ਫੈਸਲਾ ਜਿਹੜਾ ਲਿਆ ਗਿਆ। ਕੈਨੇਡਾ ਦੇ ਵਾਂਗ ਕਈ ਮੁਲਕਾਂ ਨੇ ਭਾਵੇਂ ਹਵਾਈ ਯਾਤਰਾ ਤੇ ਪਾਬੰਦੀ ਲਾ ਦਿੱਤੀ ਹੋਈ ਹੈ ਪਰ ਇੰਗਲੈਂਡ, ਅਮਰੀਕਾ, ਸਪੇਨ, UAE ਨੇ ਇਸ ਨੂੰ ਹਟਾ ਦਿੱਤਾ ਹੈ। ਅਮਰੀਕਾ, UK, ਕੈਨੇਡਾ, ਜਰਮਨੀ ਤੇ ਨੀਦਰਲੈਂਡ ਨੇ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਲਈ ਯਾਤਰਾ ਦੇ ਵਿੱਚ ਜ਼ਰੂਰ ਢਿੱਲ ਦਿੱਤੀ ਹੈ। ਭਵਿੱਖ ਵਿੱਚ ਹੋਰ ਮੁਲਕਾਂ ਤੋਂ ਵੀ ਜਿਹੜੀਆਂ ਉਡਾਣਾਂ ਨੇ ਉਹ ਸ਼ੁਰੂ ਹੋ ਜਾਣਗੀਆਂ। ਭਾਰਤ ਤੇ ਕੈਨੇਡਾ ਦੇ ਦਰਮਿਆਨ ਸਿੱਧੀਆਂ ਕਮਰਸ਼ੀਅਲ ਉਡਾਣਾਂ ਜਿਹੜੀਆਂ ਉਹ ਰੱਦ ਕੀਤੀਆਂ ਗਈਆਂ ਨੇ। ਬਾਕੀ ਮਿਲਟਰੀ ਉਡਾਣਾਂ, ਕਾਰਗੋ ਤੇ ਮੈਡੀਕਲ ਟਰਾਂਸਫਰ ਦੇ ਨਾਲ ਜਿਹੜੀਆਂ ਫਲਾਈਟਸ ਨੇ ਉਹਨਾਂ ਤੇ ਕੋਈ ਰੋਕ ਨਹੀਂ ਲਾਈ ਗਈ ਹੈ। ਟਰਾਂਸਪੋਰਟ ਮੰਤਰੀ ਉਮਰ ਅਲ ਗਾਬਰਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਯਾਤਰਾ ਦੇ ਨਾਲ ਜੁੜੀ ਇੱਕ ਹੋਰ ਜਾਣਕਾਰੀ ਹੈ। 에ਅਰ ਇੰਡੀਆ 16 ਅਗਸਤ ਤੋਂ ਅੰਮ੍ਰਿਤਸਰ ਤੋਂ ਲੰਡਨ ਦੇ ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਉਡਾਣਾਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੱਕ ਚੱਲਣਗੀਆਂ। ਉਡਾਣਾਂ ਦੀ ਬੁਕਿੰਗ 에ਅਰ ਇੰਡੀਆ ਦੀ ਵੈਬਸਾਈਟ ਤੇ ਵੀ ਦੇਖੀ ਜਾ ਸਕਦੀ ਹੈ। ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਥਲ ਸੈਨਾ ਨੇ ਪਿਛਲੇ ਹਫ਼ਤੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਵਿੱਚ ਰਣਜੀਤ ਸਾਗਰ ਡੈਮ ਝੀਲ 'ਚ ਹਾਦਸੇ ਦਾ ਸ਼ਿਕਾਰ ਹੋਏ ਫੌਜੀ ਹੈਲੀਕਾਪਟਰ ਦੇ 2 ਲਾਪਤਾ ਪਾਇਲਟਾਂ ਨੂੰ ਲੱਭਣ ਦੇ ਲਈ ਕੌਮਾਂਤਰੀ ਮਦਦ ਮੰਗੀ ਹੈ। ਪਾਇਲਟਾਂ ਨੂੰ ਲੱਭਣ ਦੀ ਕਾਰਵਾਈ ਮੰਗਲਵਾਰ ਨੂੰ 8ਵੇਂ ਦਿਨ ਵੀ ਜਾਰੀ ਰਹੀ। ਜੰਮੂ ਦੇ ਵਿੱਚ ਥਲ ਸੈਨਾ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਪਾਇਲਟਾਂ ਦਾ ਪਤਾ ਲਾਉਣ ਦੇ ਲਈ 60 ਵਰਗ ਮੀਟਰ ਦੇ ਇਲਾਕੇ ਦੀ ਪਛਾਣ ਕੀਤੀ ਗਈ ਹੈ। ਆਪਰੇਸ਼ਨ ਨੂੰ ਅੰਤਿਮ ਰੂਪ ਦੇਣ ਲਈ ਕੋਚੀ, ਕੇਰਲਾ ਤੋਂ ਵਿਸ਼ੇਸ਼ ਸੋਨਾਰ ਯੰਤਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਥਲ
ਸੈਨਾ ਦਾ ਇਹ ਫੈਸਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਲਾਪਤਾ ਪਾਇਲਟਾਂ ਦੇ ਵਿੱਚੋਂ ਇੱਕ ਪਾਇਲਟ ਦੇ ਛੋਟੇ ਭਰਾ ਨੇ ਇਲਜ਼ਾਮ ਲਾਇਆ ਕਿ ਬਚਾਅ ਤੇ ਭਾਲ ਮੁਹਿੰਮ ਬੜੀ ਸੁਸਤੀ ਦੇ ਨਾਲ ਚੱਲ ਰਹੀ ਹੈ। ਕੇਂਦਰ ਸਰਕਾਰ ਆਖਿਰਕਾਰ ਮੰਨ ਹੀ ਗਈ ਹੈ ਕਿ ਛੋਟੇ ਤੇ ਪਰਚੂਨ ਦੇ ਵਪਾਰੀਆਂ ਨੂੰ ਦੇਸ਼ ਦੀਆਂ ਵੱਡੀਆਂ ਈ-ਕਾਮਰਸ ਕੰਪਨੀਆਂ ਕਾਰਨ ਕਾਫੀ ਨੁਕਸਾਨ ਪਹੁੰਚ ਰਿਹਾ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਅਸੀਂ ਛੋਟੇ ਦੁਕਾਨਦਾਰਾਂ ਤੇ ਖਪਤਕਾਰਾਂ ਦੀ ਸੁਰੱਖਿਆ ਦੇ ਲਈ ਵਚਨਬੱਧ ਹਾਂ। ਇਸ ਦੇ ਲਈ ਨਿਯਮਾਂ ਨੂੰ ਅਸੀਂ ਸਖਤ ਕਰਨ ਜਾ ਰਹੇ ਹਾਂ। ਈ-ਕਾਮਰਸ ਨਿਯਮਾਂ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੰਦਿਆਂ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ ਸੋਸ਼ਲ ਮੀਡੀਆ ਕੰਪਨੀਆਂ ਦੀ ਤਰਜ਼ ਤੇ ਈ-ਕਾਮਰਸ ਕੰਪਨੀਆਂ ਦੇ ਵਿੱਚ ਵੀ ਸ਼ਿਕਾਇਤ ਅਧਿਕਾਰੀ ਬਣਾਉਣ ਦਾ ਵਿਚਾਰ ਹੈ। ਸੋ ਪੂਰੇ ਭਾਰਤ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰਾਂ ਨੂੰ ਇਹਨਾਂ ਈ-ਕਾਮਰਸ ਕੰਪਨੀਆਂ ਨੇ ਕੁਚਲ ਦਿੱਤਾ ਹੈ, ਉਹਨਾਂ ਦੇ ਲਈ ਇਹ ਰਾਹਤ ਭਰਿਆ ਬਿਆਨ ਹੈ। ਪਰ ਰਾਹਤ ਉਦੋਂ ਮਿਲੇਗੀ ਜਦੋਂ ਸਰਕਾਰ ਕੁਝ ਕਰੇਗੀ ਹਕੀਕੀ ਤੌਰ ਤੇ। ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਗੱਲ ਕਰ ਲਈਏ ਤਾਂ ਬੀਜੇਪੀ ਦੇ ਹੀ ਇੱਕ ਲੀਡਰ ਨੇ ਹੁਣ 3 ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਅੰਦੋਲਨ ਦਾ ਸਮਰਥਨ ਕੀਤਾ ਹੈ। ਯੂਪੀ ਬੀਜੇਪੀ ਵਰਕਿੰਗ ਕਮੇਟੀ ਦੇ ਮੈਂਬਰ ਰਾਮ ਇਕਬਾਲ ਸਿੰਘ ਨੇ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀ ਕਾਨੂੰਨ ਵਾਪਸ ਲੈ ਸਕਦੀ ਹੈ। ਯਾਨੀ ਕਿ ਇਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਯੂਪੀ 'ਚ ਚੋਣਾਂ ਜਿੱਤਣੀਆਂ ਨੇ, ਸਰਕਾਰ ਬਣਾਉਣੀ ਹੈ ਤਾਂ ਖੇਤੀ ਕਾਨੂੰਨ ਵਾਪਸ ਲੈ ਲਓ। ਉਹਨਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਕਾਰਨ ਬੀਜੇਪੀ ਦੇ ਲੀਡਰ ਪੱਛਮੀ ਯੂਪੀ ਦੇ ਪਿੰਡਾਂ 'ਚ ਦਾਖਲ ਹੀ ਨਹੀਂ ਹੋ ਸਕੇ ਹਾਲੇ ਤੱਕ। ਕਿਸਾਨ ਭਵਿੱਖ ਵਿੱਚ ਵੀ ਸਾਡਾ ਘਿਰਾਓ ਕਰ ਸਕਦੇ ਨੇ। ਇਹ ਜਿਹੜਾ ਹੈ ਬੀਜੇਪੀ ਦੇ ਲੀਡਰ ਨੇ ਵੱਡਾ ਬਿਆਨ ਦਿੱਤਾ ਹੈ। ਪਰ ਕੀ ਸਰਕਾਰ, ਕੇਂਦਰ ਦੀ ਸਰਕਾਰ ਤਾਂ ਦੂਰ ਦੀ ਗੱਲ, ਯੂਪੀ ਸਰਕਾਰ ਹੈ ਜਿਹੜੀ ਉਹ ਇਸ ਬਿਆਨ ਦੇ ਨਾਲ ਸਹਿਮਤ ਹੋਏਗੀ? ਕੀ ਹੁਣ ਇਸ ਬਿਆਨ ਤੋਂ ਬਾਅਦ ਇਸ ਲੀਡਰ ਨੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਊਗਾ? ਇਹ ਵੀ ਸੋਚਣ ਵਾਲੀ ਗੱਲ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਮੁੜ ਖੇਤੀ ਕਾਨੂੰਨਾਂ ਤੇ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਬਾਰੇ ਬੋਲੇ ਨੇ। ਤੋਮਰ ਨੇ ਕਿਹਾ ਕਿ ਕਿਸਾਨ ਸਾਨੂੰ ਸੁਝਾਅ ਦੇਣ, ਜੇਕਰ ਉਹਨਾਂ ਦੇ ਸੁਝਾਵਾਂ ਦੇ ਆਧਾਰ ਤੇ ਖੇਤੀ ਦੇ ਨੀਤੀ ਦੇ ਵਿੱਚ ਕੁਝ ਸੁਧਾਰ ਕਰਨਾ ਹੈ ਤਾਂ ਉਹਦੇ ਲਈ ਅਸੀਂ ਹਮੇਸ਼ਾ ਤਿਆਰ ਹਾਂ। ਖੇਤੀ ਕਾਨੂੰਨਾਂ 'ਚ ਕੁਝ ਵੀ ਗਲਤ ਨਹੀਂ ਹੈ। ਇਹ ਮੁੜ ਤੋਂ ਉਹੀ ਰਾਗ ਅਲਾਪਿਆ ਹੈ। ਵਿਰੋਧੀ ਧਿਰ ਦੇ ਕੱਪੜਿਆਂ ਤੇ ਕਾਲਾਪਣ ਦਿਖਾਈ ਦਿੰਦਾ ਹੈ। ਕਹਿੰਦੇ ਸਦਨ ਦੇ ਨਿਯਮਾਂ ਦੇ ਮੁਤਾਬਿਕ ਹੀ ਅਸੀਂ ਕਿਸਾਨਾਂ ਦੇ ਮੁੱਦੇ ਤੇ ਚਰਚਾ ਕਰਾਂਗੇ। ਯਾਨੀ ਕਿ ਸਰਕਾਰ ਨੇ ਫਿਰ ਰੁਖ ਸਾਫ਼ ਕਰ ਦਿੱਤਾ ਹੈ। ਕਿਸਾਨਾਂ ਦੀ ਸੰਸਦ ਤੋਂ ਅਗਲੇ ਦਿਨ ਹੀ ਸਰਕਾਰ ਨੇ ਆਪਣੀ ਮਨਸ਼ਾ ਦੱਸ ਦਿੱਤੀ ਹੈ ਕਿ ਖੇਤੀ ਕਾਨੂੰਨਾਂ 'ਚ ਕੁਝ ਵੀ ਗਲਤ ਨਹੀਂ ਹੈ, ਯਾਨੀ ਕਿ ਰੱਦ ਕਰਨ ਲਈ ਹਾਲੇ ਤਿਆਰ ਨਹੀਂ ਹੈਗੇ। ਜੇ ਤੁਸੀਂ ਸੁਝਾਅ ਦੇਣੇ ਆ ਤਾਂ ਉਹ ਕਹਿੰਦੇ ਸਿਰ ਮੱਥੇ ਨੇ, ਉਹਨਾਂ ਤੇ ਅਸੀਂ ਜ਼ਰੂਰ ਜਿਹੜੀ ਚਰਚਾ ਕਰਾਂਗੇ। ਸੁਧਾਰ ਕਰਨ ਦੇ ਲਈ ਵੀ ਅਸੀਂ ਪੂਰੇ ਤਿਆਰ ਹਾਂ, ਪਰ ਰੱਦ ਨਹੀਂ ਹੋਣਗੇ। ਕਿਸਾਨ ਲੀਡਰਾਂ ਨੇ ਸਰਕਾਰੀ ਖਜ਼ਾਨੇ ਵਿੱਚੋਂ ਵਿਧਾਇਕਾਂ ਦੇ ਟੈਕਸ ਭਰਨ ਦੇ ਮਾਮਲੇ ਤੇ ਵੀ ਸਵਾਲ ਚੁੱਕੇ ਨੇ। ਪਿਛਲੇ ਦਿਨੀ ਇਹ ਖਬਰ ਸਾਹਮਣੇ ਆਈ ਸੀ ਕਿ ਪੰਜਾਬ ਦੇ ਤਕਰੀਬਨ ਸਾਰੇ ਵਿਧਾਇਕ, 3 ਵਿਧਾਇਕਾਂ ਨੂੰ ਛੱਡ ਕੇ ਸਾਰੇ ਵਿਧਾਇਕਾਂ ਦਾ ਟੈਕਸ ਪੰਜਾਬ ਦੇ ਖਜ਼ਾਨੇ ਵਿੱਚੋਂ ਭਰਿਆ ਜਾਂਦਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਆਪਣਾ ਟੈਕਸ ਖੁਦ ਭਰਨਾ ਚਾਹੀਦਾ ਹੈ। ਮੋਟੀਆਂ ਤਨਖਾਹਾਂ ਲੈ ਕੇ ਵੀ ਟੈਕਸ ਆਪ ਨਾ ਭਰਨਾ ਬਹੁਤ ਗਲਤ ਹੈ। ਵਿਧਾਇਕਾਂ ਨੂੰ ਇੱਕ ਵਾਰ ਦੀ ਹੀ ਪੈਨਸ਼ਨ ਮਿਲਣੀ ਚਾਹੀਦੀ ਹੈ। ਇਹ ਵੀ ਕਿਸਾਨ ਲੀਡਰਾਂ ਨੇ ਕਿਹਾ। ਜਿੰਨੀ ਵਾਰੀ ਕੋਈ ਵਿਧਾਇਕ ਲੱਗਦਾ ਹੈ ਉਸ ਨੂੰ ਉਨੀ ਵਾਰੀ ਹੀ ਪੈਨਸ਼ਨ ਲੱਗਦੀ ਹੈ। ਇਸ ਲਈ ਕਿਸਾਨ ਲੀਡਰਾਂ ਨੇ ਇਹ ਵੀ ਹੁਣ ਮੁੱਦਾ ਚੁੱਕਿਆ ਹੈ ਕਿ ਵਿਧਾਇਕਾਂ ਨੂੰ ਸਿਰਫ ਇੱਕ ਵਾਰ ਦੀ ਹੀ ਪੈਨਸ਼ਨ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ, ਕਿਉਂਕਿ ਇਹ ਆਮ ਲੋਕਾਂ ਤੇ ਇੱਕ ਬਹੁਤ ਵੱਡਾ ਬੋਝ ਬਣਦੇ ਜਾ ਰਹੇ ਨੇ। ਕਿਉਂਕਿ ਟੈਕਸ ਹੈ ਜਿਹੜਾ ਉਹ ਤਾਂ ਲੋਕਾਂ ਤੋਂ ਹੀ ਵਸੂਲਿਆ ਜਾਂਦਾ ਹੈ। ਉਹੀ ਟੈਕਸ ਇਹਨਾਂ ਦੇ ਘਰਾਂ ਨੂੰ ਭਰ ਦਿੰਦਾ ਹੈ। ਸੋ ਪਿਛਲੇ ਦਿਨੀ ਆਪਾਂ ਵੀ ਇਹ ਜਿਹੜਾ ਖਾਸ ਤੌਰ ਤੇ ਖਾਲਸ ਚਰਚਾ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜੇ ਇਹ ਵਿਧਾਇਕ ਨੇ ਜਿਹੜੇ ਸਾਬਕਾ ਵਿਧਾਇਕ ਹੋ ਜਾਂਦੇ ਨੇ, ਜੇ ਉਹ ਆਪਣੀ 1 ਮਹੀਨੇ ਦੀ ਹੀ ਜਿਹੜੀ ਪੈਨਸ਼ਨ ਉਹ ਛੱਡ ਦੇਣ ਤਾਂ ਕਿਸਾਨਾਂ ਦਾ, ਪੰਜਾਬ ਦੇ ਕੱਲੇ ਕਿਸਾਨ ਦਾ ਸਾਰਾ ਕਰਜ਼ਾ ਮਾਫ ਹੋ ਸਕਦਾ ਹੈ। ਉਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਵੀ ਇਹ ਬਿਆਨ ਦਿੱਤਾ ਹੈ। ਬਰਨਾਲਾ ਦੇ ਵਿੱਚ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਪੱਕੇ ਧਰਨੇ ਨੂੰ 314 ਦਿਨ ਹੋ ਗਏ ਨੇ। ਸਾਲ ਹੈ ਜਿਹੜਾ ਉਹ ਪੂਰਾ ਹੋਣ ਵਾਲਾ ਹੈ ਤੇ ਇਸ ਕਿਸਾਨੀ ਧਰਨੇ ਦੇ ਵਿੱਚ ਬੀਬੀਆਂ ਨੇ ਸੰਗਰਾਮੀ ਤੀਆਂ ਨੇ ਜਿਹੜੀਆਂ ਉਹ ਮਨਾਈਆਂ, ਯਾਨੀ ਕਿ ਕ੍ਰਾਂਤੀਕਾਰੀ ਤੀਆਂ ਮਨਾਈਆਂ ਨੇ। ਧਰਨੇ ਦੀ ਸਟੇਜ ਉਹ ਬੀਬੀਆਂ ਦੇ ਹੱਥ ਰਹੀ ਤੇ ਜਿਹੜੀਆਂ ਬੋਲੀਆਂ ਪਾਈਆਂ ਗਈਆਂ ਨੇ ਇਹਨਾਂ ਤੀਆਂ ਦੇ ਵਿੱਚ ਉਹ ਸਾਰੀਆਂ ਬਿੱਲ ਮੁੜਵਾਉਣ ਵਾਲੀਆਂ ਬੋਲੀਆਂ ਹੀ ਸੀ। ਵਾਪਸ ਨਹੀਂ ਮੁੜਨਾ, ਬਿੱਲ ਵਾਪਸ ਕਰਵਾਉਣੇ। ਬੋਲੋ ਵੀਰੋ ਵੇ ਬਾਪੂ ਕੱਲਾ ਨਾਰੇ ਮਾਰਦਾ ਹੋਊ, ਸਰਕਾਰਾਂ ਨੂੰ ਪਾਲਾ, ਲੋਕਾਂ ਨੂੰ ਡਰ ਕੋਈ ਨਾ, ਇਕੱਠੇ ਹੋ ਕੇ ਮਾਰੋ ਹੰਬਲਾ, ਬਿੱਲ ਵਾਪਸ ਕਰਵਾਉਣੇ। ਇਸ ਤਰ੍ਹਾਂ ਦੀਆਂ ਬੋਲੀਆਂ ਨੇ ਜਿਹੜੀਆਂ ਉਹ ਪਾਈਆਂ ਗਈਆਂ ਨੇ ਤੇ ਇਸ ਅੰਦੋਲਨ ਦੇ ਵਿੱਚ ਜਾਂ ਕਹਿ ਲਈਏ ਕਿ ਕ੍ਰਾਂਤੀਕਾਰੀ ਤੀਆਂ ਦੇ ਵਿੱਚ ਕਰਮਗੜ੍ਹ, ਖੁੱਡੀ ਕਲਾਂ ਤੇ ਠੀਕਰੀ ਵਾਲਾ ਦੀਆਂ ਬੀਬੀਆਂ ਨੇ ਹਿੱਸਾ ਲਿਆ। ਹਰਿਆਣਾ ਦੇ ਕਿਸਾਨ ਲੀਡਰ ਜਿਹੜੇ ਇਸ ਵਕਤ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਨਿਸ਼ਾਨੇ ਤੇ ਨੇ, ਗੁਰਨਾਮ ਸਿੰਘ ਚੜੂਨੀ, ਉਹਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਹੁਣ ਦੋਸ਼ ਲਾਇਆ ਹੈ। ਕਿਹਾ ਕਿ ਦਾਦੂਵਾਲ ਬੀਜੇਪੀ ਦੇ ਨਾਲ ਮਿਲੇ ਹੋਏ ਨੇ। ਦਾਦੂਵਾਲ ਨੇ ਕਿਸਾਨੀ ਅੰਦੋਲਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਾਦੂਵਾਲ ਨੇ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ
ਮੁਲਾਕਾਤ ਕੀਤੀ ਹੈ ਤੇ ਦਾਦੂਵਾਲ ਨੇ ਵਿਜੇ ਸੰਪਲਾ ਦਾ ਵਿਰੋਧ ਕਰਨ ਵਾਲੇ 600 ਕਿਸਾਨਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ ਤੇ ਇਹ ਜਿਹੜਾ ਵੱਡਾ ਇਲਜ਼ਾਮ ਚੜੂਨੀ ਨੇ ਲਾਇਆ। ਉਸ ਤੋਂ ਬਾਅਦ ਦਾਦੂਵਾਲ ਨੇ ਵੀ ਜਵਾਬ ਦਿੱਤਾ ਹੈ। ਕਹਿੰਦੇ ਜਿਸ ਤਰ੍ਹਾਂ ਚੜੂਨੀ ਨੇ ਪਾਰਟੀ ਬਣਾ ਕੇ ਪੰਜਾਬ ਦੇ ਸੀਐਮ ਦਾ ਚਿਹਰਾ ਬਣਨ ਵਾਸਤੇ ਐਲਾਨ ਕੀਤਾ ਹੈ, ਉਸ ਤੋਂ ਚੜੂਨੀ ਦੀ ਸਾਰੀ ਵੰਸ਼ਾ ਸਾਹਮਣੇ ਆ ਗਈ ਹੈ। ਉਹ ਬਾਦਲਾਂ ਦੇ ਹੱਥ ਠੋਕੇ ਬਣ ਕੇ ਨਾਲੇ ਤਾਂ ਮੋਰਚੇ ਨੂੰ ਖਰਾਬ ਕਰ ਰਹੇ ਨੇ, ਜਿਹੜੇ ਬਾਦਲਾਂ ਦੇ ਖਿਲਾਫ ਨੇ ਉਹਨਾਂ ਨੂੰ ਡੈਮੇਜ ਕਰ ਰਹੇ ਨੇ। ਦਾਦੂਵਾਲ ਨੇ ਕਿਹਾ ਕਿ ਬਾਦਲ ਹਰਿਆਣਾ ਦੇ ਵਿੱਚ ਮੇਰਾ ਧਰਮ ਪ੍ਰਚਾਰ ਦਾ ਰਾਹ ਰੋਕਣਾ ਚਾਹੁੰਦੇ ਨੇ, ਪਰ ਉਹ ਆਪਣੀ ਚਾਲ ਵਿੱਚ ਕਦੇ ਵੀ ਸਫਲ ਨਹੀਂ ਹੋ ਸਕੇ, ਜਿਸ ਤੋਂ ਬਾਅਦ ਉਹਨਾਂ ਨੇ ਚੜੂਨੀ ਨੂੰ ਆਪਣਾ ਨਵਾਂ ਹੱਥ ਠੋਕਾ ਬਣਾ ਦਿੱਤਾ ਹੈ। ਸਿਰਸਾ ਵਿੱਚ ਜੋ ਬੰਦੇ ਚੜੂਨੀ ਦੇ ਸੰਬੰਧ ਵਿੱਚ ਨੇ, ਜਿਨ੍ਹਾਂ ਨੇ ਵਿਜੇ ਸੰਪਲਾ ਦਾ ਵਿਰੋਧ ਕੀਤਾ ਸੀ, ਉਹ ਬਾਦਲਾਂ ਦੇ ਅਧੀਨ ਨੇ। ਮੈਂ ਕਿਸੇ ਵੀ ਕਿਸਾਨ ਦੇ ਖਿਲਾਫ ਸ਼ਿਕਾਇਤ ਦਰਜ ਨਹੀਂ ਕਰਵਾਈ ਤੇ ਮੈਂ ਵੀ ਕਿਸਾਨਾਂ ਦੇ ਸੰਘਰਸ਼ ਨਾਲ ਹਾਂ। ਮੈਂ ਵੀ ਚਾਹੁੰਦਾ ਹਾਂ ਕਿ ਖੇਤੀ ਕਾਨੂੰਨ ਰੱਦ ਹੋਣ। ਉਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਇੱਕ ਹੋਰ ਸਪਸ਼ਟੀਕਰਨ ਦਿੱਤਾ ਹੈ। ਵਪਾਰੀਆਂ ਨੇ ਇੱਕ ਭਾਰਤੀ ਆਰਥਿਕ ਪਾਰਟੀ ਨਾਮ ਦੀ ਨਵੀਂ ਪਾਰਟੀ ਹੈ ਜਿਹੜੀ ਉਹ ਬਣਾਈ ਹੈ ਲੁਧਿਆਣੇ ਦੇ ਵਿੱਚ, ਜਿੱਥੇ ਗੁਰਨਾਮ ਸਿੰਘ ਚੜੂਨੀ ਨੂੰ ਵੀ ਬੁਲਾਇਆ ਗਿਆ ਸੀ। ਚੜੂਨੀ ਨੇ ਕਿਹਾ ਕਿ ਪਾਰਟੀ ਦੇ ਵੱਲੋਂ ਮੈਨੂੰ ਚੋਣਾਂ ਵਿੱਚ ਲੜਨ ਦਾ ਪੂਰਾ ਸਹਿਯੋਗ ਦੇਣ ਦਾ ਸਮਰਥਨ ਕੀਤਾ ਗਿਆ, ਪਰ ਅਫਵਾਹ ਇਹ ਫੈਲ ਗਈ ਹੈ ਕਿ ਅਸੀਂ ਇਹਨਾਂ ਦੀ ਪਾਰਟੀ, ਵਪਾਰੀਆਂ ਦੀ ਪਾਰਟੀ ਜੁਆਇਨ ਕਰ ਲਈ ਹੈ। ਮੈਂ ਪਾਰਟੀ ਜੁਆਇਨ ਨਹੀਂ ਕੀਤੀ, ਇਹ ਤਾਂ ਬਸ ਸਾਡੀ ਪ੍ਰਕਿਰਿਆ ਚੱਲ ਰਹੀ ਹੈ। ਪਾਰਟੀ ਨੇ ਮੈਨੂੰ ਸਮਰਥਨ ਦਿੱਤਾ ਆਪਣਾ। ਹੋਰ ਵੀ ਕਈ ਸੰਸਥਾਵਾਂ ਮੇਰੇ ਸਮਰਥਨ ਵਿੱਚ ਅੱਗੇ ਆਈਆਂ ਨੇ। ਲੋਕਾਂ ਦਾ ਮੈਨੂੰ ਜੋ ਵੀ ਰਿਸਪਾਂਸ ਮਿਲੇਗਾ ਉਸ ਦੇ ਹਿਸਾਬ ਨਾਲ ਹੀ ਮੈਂ ਫੈਸਲਾ ਲਵਾਂਗਾ। ਮੈਂ ਕਦੇ ਵੀ ਕਿਸੇ ਪਾਰਟੀ ਦਾ ਸਮਰਥਨ ਨਹੀਂ ਕੀਤਾ, ਇਹ ਸਿਰਫ टीवी ते अफवाह चल रही है। ये कहना है गुरनाम सिंह चड़ूनी दा। इन्होंने पार्टी बनाई है भारतीय आर्थिक पार्टी, और उसकी तरफ से इन्होंने हमें समर्थन दिया है कि अगर आप चुनाव लड़ते हो तो हम आपका पूरी तरह से समर्थन करते हैं, और हमारा जो यहाँ होगा वो सारा हमारा अगर सीएम भी कोई डिक्लेयर करते हैं वो हम अपनी तरफ से आपको पूरी तरह समर्थन देते हैं। इन्होंने ये कल अनाउंस किया है। लेकिन थोड़ा सा कंफ्यूजन जो है वो ये फैल गया कि शायद हमने इनकी पार्टी ज्वाइन कर ली है। हमने पार्टी ज्वाइन नहीं की है, ये तो हमारी प्रक्रिया चल रही है। अभी व्यापारियों ने समर्थन किया है, दलितों ने समर्थन किया है, और कई संस्थाएं समर्थन करने के लिए आ रही हैं, और हम अभी पूरे पंजाब के अंदर घूम रहे हैं, और जैसे लोगों का रिस्पॉन्स आएगा उसके हिसाब से अगला फैसला लिया जाएगा। कल टीवी पे एक और खबर चल गई कि हमने आम आदमी पार्टी का समर्थन किया है, ये जबकि वो मेरे से कोई बात नहीं हुई, वो भी खबर चल गई। तो इसलिए हम बिल्कुल क्लियर कर देना चाहते हैं कि हमने पार्टी ज्वाइन नहीं की है, इन्होंने खुला समर्थन किया है। क्योंकि ये भी धन्यवादी हैं देश के व्यापारियों के कि इन्होंने भी देश को बचाने के लिए, क्योंकि आज 97% लोगों की आमदन कम हुई है, 3% लोगों की आमदन बढ़ी है। व्यापारी कह रहे हैं हमारा भी कारोबार कंपनियां खा गई। इन्होंने भी अपनी इसलिए ये राजनीति में इन्होंने कहा कि अगर हम अपनी पार्टी बना के थोड़ा सा इसमें बदलाव करें, और इसलिए इन्होंने कहा कि अगर किसान इतने दिन से लड़ रहे, यही बदलाव के लिए लड़ रहे हैं, इन्होंने हमारा बिना शर्त के खुला समर्थन किया। इसे दरमियान संयुक्त किसान मोर्चे ਦੀਆਂ ਬੈਠਕਾਂ ਦਾ ਬਾਈਕਾਟ ਕਰਨ ਤੋਂ ਬਾਅਦ ਮੋਰਚੇ ਦੇ ਜਿਹੜੇ ਕੁਝ ਲੀਡਰ ਨੇ ਉਹ ਵੀ ਬਿਆਨਬਾਜ਼ੀ ਕਰ ਰਹੇ ਨੇ। ਹਰਿੰਦਰ ਸਿੰਘ ਲੱਖੋਵਾਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਹੜੇ ਕਿਸਾਨ ਲੀਡਰ ਹੈਗੇ ਨੇ, ਉਹਨਾਂ ਨੇ ਕਿਹਾ ਕਿ ਮੋਰਚਾ ਛੱਡ ਕੇ ਜਾਣ ਵਾਲਾ ਗੱਦਾਰ ਹੈ, ਯਾਨੀ ਕਿ ਸਿੱਧਾ ਗੁਰਨਾਮ ਸਿੰਘ ਚੜੂਨੀ ਨੂੰ ਕਿਹਾ ਗਿਆ। ਪਟਿਆਲਾ ਦੇ ਵਿੱਚ 2364 ਜਾਂ 2364 ਅਧਿਆਪਕ ਕਹਿ ਲਈਏ, ਇਹਨਾਂ ਨੇ ਪ੍ਰਦਰਸ਼ਨ ਕੀਤਾ। ਅਧਿਆਪਕਾਂ ਨੇ ਰਾਜੇ ਦੇ ਮੋਤੀ ਮਹਿਲ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਹ ਦੇ ਵਿੱਚ ਹੀ ਰੋਕ ਦਿੱਤਾ। ਇਸ ਦੌਰਾਨ ਪੁਲਿਸ ਤੇ ਅਧਿਆਪਕਾਂ ਦੇ ਵਿੱਚ ਧੱਕਾ ਮੁੱਕੀ ਵੀ ਹੋਈ। ਅਧਿਆਪਕਾਂ ਦੇ ਵੱਲੋਂ ਨਿਯੁਕਤੀ ਪੱਤਰ ਲੈਣ ਲਈ ਪ੍ਰਦਰਸ਼ਨ ਕੀਤਾ ਗਿਆ, ਕਿਉਂਕਿ ਸਰਕਾਰ ਨੇ ਨੌਕਰੀਆਂ ਦੇ ਲਈ ਲੈਟਰ ਤਾਂ ਜਾਰੀ ਕਰ ਦਿੱਤਾ, ਪਰ ਨਿਯੁਕਤੀ ਪੱਤਰ ਹਾਲੇ ਤੱਕ ਅਧਿਆਪਕਾਂ ਨੂੰ ਨਹੀਂ ਮਿਲੇ। ਆਮ ਆਦਮੀ ਪਾਰਟੀ ਦੇ 7 ਵਿਧਾਇਕਾਂ ਦੇ ਵਫਦ ਨੇ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ। ਵਫਦ ਨੇ ਕਥਿਤ ਘੁਟਾਲੇ ਦੇ ਵਿੱਚ ਫਸੇ 5 ਮੰਤਰੀਆਂ ਦੀ ਸ਼ਿਕਾਇਤ ਕੀਤੀ ਹੈ। ਸਾਧੂ ਸਿੰਘ ਧਰਮਸੋਤ, ਰਾਣਾ ਸੋਢੀ, ਸੁੰਦਰ ਸ਼ਾਮ ਅਰੋੜਾ, ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੇ ਭਾਰਤ ਭੂਸ਼ਣ ਦੀ ਸ਼ਿਕਾਇਤ ਕੀਤੀ ਹੈ। ਉਹਨਾਂ ਨੇ ਇਹਨਾਂ ਕੈਪਟਨ ਦੇ ਸਾਰੇ ਵਜ਼ੀਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਕਾਰਵਾਈ ਨਾ ਹੋਣ ਤੇ ਆਮ ਆਦਮੀ ਪਾਰਟੀ ਨੇ ਭ੍ਰਿਸ਼ਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਸੋ ਅਸੀਂ ਵੀ ਜਿਹੜਾ ਖਾਲਸ ਚਰਚਾ ਪ੍ਰੋਗਰਾਮ ਮੰਗਲਵਾਰ ਦਾ ਕੀਤਾ ਉਸ ਦੇ ਵਿੱਚ ਖਾਸ ਤੌਰ ਤੇ ਕੈਪਟਨ ਸਾਹਿਬ ਦੇ ਦਾਗੀ ਵਜ਼ੀਰਾਂ ਦੇ ਬਾਰੇ ਗੱਲਬਾਤ ਕੀਤੀ ਹੈ ਕਿ ਕੈਪਟਨ ਦੀ ਕੈਬਨਿਟ ਦੇ ਵਿੱਚ ਕਿੰਨੇ ਅਜਿਹੇ ਵਜ਼ੀਰ ਨੇ ਜਿਨ੍ਹਾਂ ਦੇ ਨਾਮ ਤੇ ਤੱਥਾਂ ਸਮੇਤ ਸਬੂਤਾਂ ਸਮੇਤ ਘੁਟਾਲੇ ਬੋਲਦੇ ਨੇ। ਜਲੰਧਰ ਤੋਂ ਖਬਰ ਹੈ ਜਿੱਥੋਂ ਦੀ ਗਲੋਬ ਕਲੋਨੀ ਦੇ ਨੇੜੇ ਇੰਡਸਟਰੀਅਲ ਏਰੀਆ ਦੇ ਵਿੱਚ ਪਾਈਪ ਫੈਕਟਰੀ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇੰਡਸਟਰੀ ਦੀ ਇਮਾਰਤ ਵਿੱਚ ਤਰੇੜਾਂ ਪੈ ਗਈਆਂ ਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪਰ ਰਾਹਤ ਦੀ ਗੱਲ ਇਹ ਹੈ ਕਿ 15 ਮਜ਼ਦੂਰ
ਮਜ਼ਦੂਰਾਂ ਨੂੰ ਬਚਾ ਲਿਆ ਗਿਆ। ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਵੱਡੇ ਹਾਦਸੇ ਦੀ ਖਬਰ ਹੈ। ਕਸ਼ਮੀਰ ਰੋਡ ਤੇ ਸੋਈਆਂ ਮੋੜ ਨੇੜੇ ਸਕੂਲ ਬੱਸ ਦੇ ਕਾਰ ਨਾਲ ਟੱਕਰ ਵੱਜਣ ਕਾਰਨ 2 ਜਣਿਆਂ ਦੀ ਮੌਤ ਹੋ ਗਈ, 10 ਬੱਚੇ ਜ਼ਖਮੀ ਹੋ ਗਏ ਜਿਹੜੇ ਬੱਸ ਦੇ ਵਿੱਚ ਸਵਾਰ ਸੀ। ਮ੍ਰਿਤਕਾਂ ਦੀ ਸ਼ਨਾਖਤ ਨਰਿੰਦਰਪਾਲ ਸਿੰਘ ਵਾਸੀ ਜੰਮੂ ਕਸ਼ਮੀਰ ਤੇ ਉਸ ਦੀ ਪਤਨੀ ਵਜੋਂ ਹੋਈ ਹੈ। ਪਤੀ ਪਤਨੀ ਕਾਰ ਸਵਾਰ ਇਹਨਾਂ ਦੀ ਮੌਤ ਹੋਈ ਹੈ। ASI ਨੇ ਦੱਸਿਆ ਕਿ ਨਿੱਜੀ ਸਕੂਲ ਬੱਸ ਅੰਮ੍ਰਿਤਸਰ ਵੱਲ ਨੂੰ ਆ ਰਹੀ ਸੀ ਤੇ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਦੀ ਹੋਈ ਸੜਕ ਦੇ ਦੂਸਰੇ ਪਾਸੇ ਚਲੇਗੀ ਤੇ ਇਹ ਬੱਸ ਜੰਮੂ ਕਸ਼ਮੀਰ ਨੰਬਰ ਦੀ ਆਲਟੋ ਕਾਰ ਦੇ ਨਾਲ ਟਕਰਾ ਗਈ ਤੇ ਦੋਵਾਂ ਪਤੀ ਪਤਨੀ ਦੀ ਮੌਤ ਹੋ ਗਈ। ਪਤੀ ਦੀ ਮੌਕੇ ਤੇ ਮੌਤ ਹੋ ਗਈ ਤੇ ਪਤਨੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਨਹੀਂ ਬਚਾਇਆ ਜਾ ਸਕਿਆ। ਇਹ ਵੀ ਜਾਣਕਾਰੀ ਦਿੱਤੀ ਹੈ ਪੁਲਿਸ ਨੇ ਕਿ ਬੱਸ ਜਦੋਂ ਮੁੜ ਰਹੀ ਸੀ ਤਾਂ ਪਿੱਛੋਂ ਆ ਰਹੇ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਬੇਕਾਬੂ ਹੋ ਗਈ ਤੇ ਦੂਸਰੇ ਪਾਸੇ ਕਾਰ ਦੇ ਨਾਲ ਜਾ ਟਕਰਾਈ। ਕਹਿ ਸਕਦੇ ਹਾਂ ਕਿ ਜਦੋਂ ਇਨਸਾਨ ਦੀ ਮੌਤ ਆਈ ਹੋਵੇ ਤਾਂ ਸ਼ਾਇਦ ਕੋਈ ਵੀ ਉਸ ਨੂੰ ਬਚਾ ਨਹੀਂ ਸਕਦਾ। ਦੂਸਰੇ ਪਾਸੇ ਡਿਵਾਈਡਰ ਦੇ ਦੂਸਰੇ ਪਾਸੇ ਕਾਰ ਜਾ ਰਹੀ ਹੈ, ਇਧਰਲੇ ਪਾਸਿਓਂ ਆ ਕੇ ਕੋਈ ਬੱਸ ਉਹਦੇ ਵਿੱਚ ਵੱਜੇਗੀ, ਇਹ ਸ਼ਾਇਦ ਕੋਈ ਵੀ ਨਹੀਂ ਸੋਚਦਾ। ਆਪਣੀ ਸਾਈਡ ਤੇ ਜਦੋਂ ਬੰਦਾ ਜਾ ਰਿਹਾ ਹੈ ਤੇ ਉੱਤੇ ਆ ਕੇ ਮੌਤ ਡਿੱਗ ਜੇ ਫਿਰ ਸ਼ਾਇਦ ਕੋਈ ਨਹੀਂ ਬਚਾ ਸਕਦਾ। ਜੰਮੂ ਕਸ਼ਮੀਰ ਦੇ ਪਤੀ ਪਤਨੀ ਅੰਮ੍ਰਿਤਸਰ ਦੇ ਵਿੱਚ ਆ ਕੇ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਨੇ। ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਪਟੇਲ ਨਗਰ ਦੇ ਵਿੱਚ ਨੌਜਵਾਨ ਨੇ ਆਪਣੀ ਪਤਨੀ ਤੇ ਸੱਸ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਫਰਾਰ ਹੋ ਗਿਆ। ਦੋਵਾਂ ਜ਼ਖਮੀਆਂ ਨੂੰ ਗੁਆਂਢੀਆਂ ਨੇ ਹਸਪਤਾਲ ਦਾਖਲ ਕਰਵਾਇਆ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਘਰੇਲੂ ਕਲੇਸ਼ ਦੇ ਕਾਰਨ ਪਹਿਲਾਂ ਜਸਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ, ਫਿਰ ਪ੍ਰਤਾਪ ਨਗਰ ਗਿਆ ਤੇ ਉੱਥੇ ਜਾ ਕੇ ਆਪਣੀ ਸੱਸ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਇਸੇ ਤਰ੍ਹਾਂ ਦੀ ਖਬਰ ਜਲੰਧਰ ਦੇ ਨੂਰ ਮਹਿਲ ਤੋਂ ਹੈ, ਜਿੱਥੇ ਖਟੀਕ ਮੁਹੱਲੇ ਦੇ ਵਿੱਚ 25 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਵਜੋਂ ਹੋਈ ਹੈ। ਹਮਲਾਵਰ ਚਿੱਟੀ ਐਕਟਿਵਾ ਤੇ ਆਇਆ ਸੀ, ਰੋਹਿਤ ਦੇ ਘਰ ਦਾ ਦਰਵਾਜ਼ਾ ਖੜਕਾਇਆ, ਫਿਰ ਅੰਦਰ ਜਾ ਕੇ ਰੋਹਿਤ ਤੇ ਗੋਲੀਆਂ ਚਲਾ ਦਿੱਤੀਆਂ। ਵਿੱਕੀ ਮਿੱਡੂ ਖੇੜਾ ਕਤਲकांड ਦੀ ਗੱਲ ਕਰ ਲਈਏ ਤਾਂ ਪੁਲਿਸ ਲੱਗਦਾ ਹੈ ਹਨੇਰੇ ਦੇ ਵਿੱਚ ਹੀ ਤੀਰ ਮਾਰ ਰਹੀ ਹੈ, ਕਿਉਂਕਿ ਹਾਲੇ ਤੱਕ ਕਿਸੇ ਨੂੰ ਵੀ ਫੜਿਆ ਨਹੀਂ ਜਾ ਸਕਿਆ। SOI ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਮਿੱਡੂ ਖੇੜਾ ਦੇ ਕਾਤਲ ਹਾਲੇ ਤੱਕ ਨਹੀਂ ਫੜੇ ਗਏ। ਕੁਰੂਕਸ਼ੇਤਰ ਪੁਲਿਸ ਦੇ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗੈਂਗਸਟਰ ਭੂਪੀ ਰਾਣਾ ਨੂੰ ਪੁਰਾਣੇ ਕਤਲ ਮਾਮਲੇ ਵਿੱਚ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਭੂਪੀ ਰਾਣਾ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਤੇ ਜਾਣਕਾਰੀ ਮੁਤਾਬਕ CIA ਸਟਾਫ ਮੁਹਾਲੀ ਦੀ ਟੀਮ ਦੇ ਵੱਲੋਂ ਵਿੱਕੀ ਮਿੱਡੂ ਖੇੜਾ ਦੇ ਕਤਲ ਕਾਂਡ ਦੇ ਵਿੱਚ ਭੂਪੀ ਰਾਣਾ ਤੋਂ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਗੈਂਗਸਟਰਾਂ ਤੋਂ ਸੋਮਵਾਰ ਨੂੰ ਵੀ ਪੁੱਛ ਪੜਤਾਲ ਹੈ ਜਿਹੜੀ ਉਹ ਕੀਤੀ ਗਈ। ਗੈਂਗਸਟਰ ਸੁਖਪ੍ਰੀਤ ਬੁੱਢਾ ਸੰਗਰੂਰ ਜੇਲ੍ਹ 'ਚ ਬੰਦ ਸੀ। ਅਮਨ ਕੁਮਾਰ ਜੈਤੋ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਇੱਥੇ ਲਿਆਂਦਾ ਗਿਆ। प्रोडक्शन वारंट ते दोनों ਨੂੰ ਮੁਹਾਲੀ ਲਿਆ ਕੇ ਪੁੱਛ ਪੜਤਾਲ ਕੀਤੀ ਗਈ। ਹਾਲਾਂਕਿ ਪੁਲਿਸ ਨੇ ਸਾਰੀ ਕਾਰਵਾਈ ਗੁਪਤ ਰੱਖੀ, ਪਰ ਫਿਰ ਵੀ ਗੱਲ ਬਾਹਰ ਨਿਕਲ ਹੀ ਗਈ। ਬੁੱਢੇ ਨੂੰ 4 ਦਿਨ ਤੇ ਅਮਨ ਜੈਤੋ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ। ਇੱਕ ਦਿਨ ਪਹਿਲਾਂ ਪੁਲਿਸ ਨੇ ਖਬਰ ਦਿੱਤੀ ਸੀ ਕਿ ਗੈਂਗਸਟਰ ਵਿਨੈ ਦਿਉੜਾ ਵਾਸੀ ਫਰੀਦਕੋਟ ਤੇ ਵੀ ਪੁਲਿਸ ਨੂੰ ਸ਼ੱਕ ਹੈ, ਕਿਉਂਕਿ ਵਿਨੈ ਖਬਚੂ ਹੈ ਤੇ CCTV ਕੈਮਰੇ ਦੇ ਵਿੱਚ ਜਿਹੜੀ ਫੁਟੇਜ ਸਾਹਮਣੇ ਆ ਰਹੀ ਹੈ ਤਾਂ ਜਿਹੜਾ ਨੌਜਵਾਨ ਗੋਲੀਆਂ ਮਾਰ ਰਿਹਾ ਸੀ ਉਹ ਖੱਬੇ ਹੱਥ ਦੇ ਨਾਲ ਪਿਸਤੌਲ ਹੈ ਜਿਹੜਾ ਉਸਨੇ ਫੜੀ ਹੋਈ ਸੀ। ਪਰ ਇਸ ਮਾਮਲੇ ਦੇ ਵਿੱਚ ਉਸਨੇ ਵਿਨੈ ਦਿਉੜਾ ਨੇ ਸੋਸ਼ਲ ਮੀਡੀਆ ਤੇ ਪੋਸਟ ਅਪਲੋਡ ਕਰਕੇ ਸਪਸ਼ਟੀਕਰਨ ਦੇ ਦਿੱਤਾ ਹੈ ਕਿ ਮੇਰਾ ਵਿੱਕੀ ਮਿੱਡੂ ਖੇੜਾ ਕਤਲकांड ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਸੇ ਮਸਲੇ ਦੇ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੈਂਗਵਾਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੁਹਾਲੀ ਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਦੇ ਵਿੱਚ ਕਤਲ ਹੋਣਾ ਬਹੁਤ ਚਿੰਤਾ ਵਾਲੀ ਗੱਲ ਹੈ। ਖੁਦ ਮੰਨਦੇ ਨੇ ਕਿ ਬਟਾਲਾ, ਮਜੀਠਾ ਤੇ ਡੇਰਾ ਬਾਬਾ ਨਾਨਕ ਗੈਂਗਸਟਰਾਂ ਦੇ ਗੜ ਨੇ। ਹਾਲਾਂਕਿ ਡੇਰਾ ਬਾਬਾ ਨਾਨਕ ਰੰਧਾਵਾ ਦਾ ਖੁਦ ਦਾ ਚੋਣ ਹਲਕਾ ਹੈ, ਜਿੱਥੋਂ ਜਿੱਤ ਕੇ ਉਹ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਤੇ ਫਿਰ ਮੰਤਰੀ ਵੀ ਬਣੇ ਨੇ। ਤੇ ਜੇ ਸਿੱਕੇ ਦਾ ਦੂਸਰਾ ਪਾਸਾ ਆਪਾਂ ਦੇਖ ਲਈਏ ਤਾਂ ਰੰਧਾਵਾ ਤੇ ਵੀ ਜਿਹੜਾ ਹੈਗਾ ਗੈਂਗਸਟਰਾਂ ਦੇ ਨਾਲ ਮਿਲੇ ਹੋਣ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ। ਕਦੇ ਸੁਖਬੀਰ ਬਾਦਲ ਇਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਰੰਧਾਵਾ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਨੂੰ ਪਾਲ ਰਹੇ ਨੇ, ਤੇ ਕਦੇ ਜਿਹੜਾ ਹੈਗਾ ਜੇਲ੍ਹ ਤੋਂ, ਕਪੂਰਥਲਾ ਜੇਲ੍ਹ ਤੋਂ ਪਿਛਲੇ ਦਿਨੀ ਕੈਦੀ ਦਾ ਵੀਡੀਓ ਜਿਹੜਾ ਉਹ ਸਾਹਮਣੇ ਆਇਆ ਸੀ। ਵੱਡੇ ਖੁਲਾਸੇ ਸੀ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਪੁਲਿਸ ਵਾਲੇ ਨੇ ਜਿਹੜੇ ਉਹ ਮੰਤਰੀਆਂ ਦੀ ਸ਼ਹਿ ਦੇ ਉੱਤੇ ਸਾਥੋਂ ਅਜਿਹੇ ਕੰਮ ਕਰਵਾਉਂਦੇ ਨੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਪੰਜਾਬ ਭਰ ਦੇ ਸੈਂਕੜੇ ਬੇਰੁਜ਼ਗਾਰ ਰਿਸਰਚ ਸਕਾਲਰ ਨੈਟ PhD ਪਾਸ ਕਰਕੇ ਬੇਰੁਜ਼ਗਾਰ ਤੁਰੇ ਫਿਰਦੇ ਜਾਂ ਫਿਰ ਪ੍ਰਾਈਵੇਟ ਸੰਸਥਾਵਾਂ ਤੋਂ ਲੁੱਟ ਕਰਵਾਉਣ ਲਈ ਮਜਬੂਰ ਹੁੰਦੇ ਕਾਲਜ ਅਧਿਆਪਕਾਂ ਨੇ
पंजाब दफ्तर है जिहड़ा DPI ਕਾਲਜਾਂ ਦਾ ਉਹਦੇ ਸਾਹਮਣੇ ਰੋਸ ਰੈਲੀ ਕੀਤੀ। ਸਰਕਾਰੀ ਕਾਲਜ ਬਚਾਓ ਮੰਚ ਦੇ ਸੱਦੇ ਦੇ ਉੱਤੇ ਰੋਸ ਰੈਲੀ ਕੀਤੀ ਗਈ ਤੇ ਇਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ 2 ਦਹਾਕਿਆਂ ਤੋਂ ਬੰਦ ਪਈ ਸਰਕਾਰੀ ਕਾਲਜਾਂ ਦੇ ਵਿੱਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਹੈ ਜਿਹੜੀ ਉਹ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਪਿਛਲੇ ਦਿਨ ਆਪਾਂ ਵੀ ਇੱਕ ਰਿਪੋਰਟ ਕੀਤੀ ਸੀ ਕਿ ਸਰਕਾਰੀ ਕਾਲਜ ਕਿੰਨੇ ਨੇ, ਉਹਦੇ ਵਿੱਚ ਅਸਾਮੀਆਂ ਕਿੰਨੀਆਂ ਨੇ ਤੇ ਭਰੀਆਂ ਕਿੰਨੀਆਂ ਹੋਈਆਂ ਨੇ। ਬਹੁਤ ਹੀ ਨਿਗੂਣੀ ਗਿਣਤੀ ਹੈ ਜਿਹੜੀ ਉਹ ਰੈਗੂਲਰ ਜਿਹੜੇ ਪ੍ਰੋਫੈਸਰਾਂ ਦੀ ਹੈ। ਬਾਕੀ ਸਾਰਿਆਂ ਨੂੰ ਦਹਾਕਿਆਂ ਤੋਂ ਇਸੇ ਤਰ੍ਹਾਂ ਜਿਹੜਾ ਹੈਗਾ ਖਿੱਚਿਆ ਜਾ ਰਿਹਾ ਹੈ, ਪ੍ਰਾਈਵੇਟ ਬਣ ਕੇ ਹੀ ਉਹਨਾਂ ਤੋਂ ਕੰਮ ਹੈ ਜਿਹੜਾ ਉਹ ਲਿਆ ਜਾ ਰਿਹਾ ਹੈ। ਰੋਸ ਰੈਲੀ ਕਰਨ ਵਾਲੇ ਇਹਨਾਂ ਟੀਚਰਾਂ ਨੇ ਕਿਹਾ ਕਿ ਬਦਲ ਕੇ ਆਉਂਦੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਨਾ ਸਿਰਫ ਲਗਾਤਾਰ ਅਣਗੌਲਿਆਂ ਕੀਤਾ ਸਗੋਂ ਇਸ ਦਾ ਪੂਰੀ ਤਰ੍ਹਾਂ ਘਾਣ ਕਰਨ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਸਰਕਾਰਾਂ ਦੇ ਇਸ ਰਵੱਈਏ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਦੇ ਅੰਦਰ ਸਰਕਾਰੀ ਕਾਲਜਾਂ ਦੇ ਵਿੱਚ ਸਿਰਫ 300 ਦੇ ਕਰੀਬ ਹੀ ਰੈਗੂਲਰ ਅਧਿਆਪਕ ਨੇ। ਉਹਨਾਂ ਦਾ ਵੀ ਵੱਡਾ ਹਿੱਸਾ 2025 ਤੱਕ ਰਿਟਾਇਰ ਹੋ ਜਾਊਗਾ। ਪਿਛਲੇ 25 ਸਾਲਾਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਕਾਲਜਾਂ 'ਚ ਕੋਈ ਵੀ ਰੈਗੂਲਰ ਭਰਤੀ ਹੀ ਨਹੀਂ ਕੀਤੀ ਗਈ। PTA ਫੰਡ ਵਿੱਚੋਂ ਨਿਗੂਣੀਆਂ ਤਨਖਾਹਾਂ ਤੇ ਅਧਿਆਪਕ ਰੱਖ ਕੇ ਇੱਕ ਪਾਸੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਦੂਸਰੇ ਪਾਸੇ ਫੰਡ ਜਬਰੀ ਵਿਦਿਆਰਥੀਆਂ ਤੋਂ ਉਗਰਾਹੇ ਜਾਂਦੇ ਨੇ ਤੇ ਉਹਨਾਂ ਦੇ ਮਾਪਿਆਂ ਤੇ ਬੇਲੋੜਾ ਆਰਥਿਕ ਬੋਝ ਹੈ ਜਿਹੜਾ ਉਹ ਲੱਦਿਆ ਜਾ ਰਿਹਾ ਹੈ। ਜੇ ਗੁਆਂਢੀ ਸੂਬੇ ਦੀ ਗੱਲ ਕਰ ਲਈਏ ਤਾਂ ਉੱਥੇ ਆਬਾਦੀ 2.5 ਕਰੋੜ ਹੈ, 170 ਤੋਂ ਵੱਧ ਸਰਕਾਰੀ ਕਾਲਜ ਨੇ। ਹਿਮਾਚਲ ਪ੍ਰਦੇਸ਼ ਵਿੱਚ ਆਬਾਦੀ 1 ਕਰੋੜ ਤੋਂ ਵੀ ਘੱਟ ਹੈ, 98 ਸਰਕਾਰੀ ਕਾਲਜ ਨੇ। ਪੰਜਾਬ ਜਿਹਦੀ ਆਬਾਦੀ 3 ਕਰੋੜ ਤੋਂ ਵੀ ਵੱਧ ਹੈ, ਸਿਰਫ 47 ਸਰਕਾਰੀ ਕਾਲਜ ਨੇ ਤੇ 300 ਦੇ ਕਰੀਬ ਹੀ ਰੈਗੂਲਰ ਜਿਹੜੇ ਹੈਗੇ ਨੇ ਅਧਿਆਪਕ ਨੇ। ਇਹ ਹਾਲ ਹੈ ਪੰਜਾਬ ਦੀਆਂ ਸਰਕਾਰਾਂ ਦਾ। ਤਾਂ ਹੀ ਪੰਜਾਬ ਦੇ ਵਿੱਚ ਜਿਹੜਾ ਵਿੱਦਿਆ ਦਾ ਪੱਧਰ ਇੰਨਾ ਨੀਵਾਂ ਹੁੰਦਾ ਜਾ ਰਿਹਾ ਹੈ ਤੇ ਵਿਦਿਆਰਥੀ ਨੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ਾਂ ਵੱਲ ਨੂੰ ਧੜਾਧੜ ਜਾ ਰਹੇ ਨੇ। ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਸੰਸਦ ਜਾਂ ਵਿਧਾਇਕਾਂ ਦੇ ਵਿਰੁੱਧ ਅਪਰਾਧਿਕ ਮਾਮਲੇ ਜਿਹੜੇ ਦਰਜ ਨੇ ਉਹਨਾਂ ਨੂੰ ਹਾਈ ਕੋਰਟਾਂ ਦੀ ਇਜਾਜ਼ਤ ਤੋਂ ਬਿਨਾਂ ਇਸਤਗਾਸਾ ਧਿਰ ਵੱਲੋਂ ਵਾਪਸ ਨਹੀਂ ਲਿਆ ਜਾ ਸਕਦਾ। ਇਸ ਦੇ ਨਾਲ ਹੀ ਸਰਵਉੱਚ ਅਦਾਲਤ ਨੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਖਿਲਾਫ ਲਟਕ ਰਹੇ ਤੇ ਨਿਬੇੜੇ ਗਏ ਕੇਸਾਂ ਬਾਰੇ ਹਾਈ ਕੋਰਟ ਦੇ ਰਜਿਸਟਰਾਰ ਜਨਰਲਾਂ ਦੇ ਪਾਸੋਂ ਜਾਣਕਾਰੀ ਮੰਗੀ ਹੈ, ਸਾਰੇ ਸੂਬਿਆਂ ਦੇ ਪਾਸੋਂ। ICC ਨੇ ਪੁਸ਼ਟੀ ਕੀਤੀ ਹੈ ਕਿ ਲਾਸ ਏਂਜਲਸ ਦੇ ਵਿੱਚ 2028 ਦੇ ਵਿੱਚ ਜਿਹੜੀਆਂ 올림픽ਸ ਖੇਡਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੇ ਲਈ ਅਸੀਂ ਦਾਅਵਾ ਪੇਸ਼ ਕਰਾਂਗੇ। ICC ਪਿਛਲੇ ਕੁਝ ਸਮੇਂ ਤੋਂ ਕ੍ਰਿਕਟ ਨੂੰ 올림픽ਸ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਦੇ ਦਾਅਵੇ ਨੂੰ ਵਿਸ਼ਵ ਦੇ ਸਭ ਤੋਂ ਵੱਡੇ, ਸਭ ਤੋਂ ਅਮੀਰ ਬੋਰਡ BCCI ਦਾ ਸਮਰਥਨ ਵੀ ਹਾਸਲ ਹੈ। ਇੱਕ ਹੋਰ ਵੱਡੀ ਖਬਰ ਹੈ ਕਿ ਐਥਲੈਟਿਕਸ ਫੈਡਰੇਸ਼ਨ ਨੇ 7 ਅਗਸਤ ਨੂੰ ਜੈਵਲਿਨ ਥਰੋ ਦਿਵਸ ਐਲਾਨ ਦਿੱਤਾ, ਯਾਨੀ ਕਿ ਹਰ ਸਾਲ ਭਾਰਤ ਦੇ ਵਿੱਚ 7 ਅਗਸਤ ਨੂੰ ਜੈਵਲਿਨ ਥਰੋ ਦਿਵਸ ਮਨਾਇਆ ਜਾਵੇਗਾ ਤੇ ਫੈਡਰੇਸ਼ਨ ਨੇ ਇਹ ਐਲਾਨ ਨੀਰਜ ਚੋਪੜਾ ਦੇ ਸਨਮਾਨ ਦੇ ਵਿੱਚ ਕੀਤਾ ਹੈ ਜਿਨ੍ਹਾਂ ਨੇ ਜੈਵਲਿਨ ਥਰੋ ਦੇ ਵਿੱਚ ਭਾਰਤ ਦੇ ਲਈ ਸੋਨਾ ਜਿੱਤਿਆ ਹੈ। ਪ੍ਰੈਸ ਕਾਨਫਰੰਸ ਕੀਤੀ ਗਈ ਦਿੱਲੀ ਦੇ ਵਿੱਚ ਜਿਸ ਦੇ ਵਿੱਚ ਨੀਰਜ ਚੋਪੜਾ ਤੋਂ ਇਲਾਵਾ ਡਿਸਕਸ ਥਰੋਅਰ ਕਮਲਪ੍ਰੀਤ ਕੌਰ, ਰਿਲੇ ਰੇਸ ਦੀ ਟੀਮ ਸਮੇਤ ਕਈ ਹੋਰ ਭਾਰਤੀ ਐਥਲੀਟ ਨੇ ਜਿਹੜੇ ਉਹ ਮੌਜੂਦ ਸਨ। ਫੈਡਰੇਸ਼ਨ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। 올림픽ਸ ਦੇ ਵਿੱਚ ਉਹਨਾਂ ਦੇ ਪ੍ਰਦਰਸ਼ਨ ਦੇ ਬਿਹਤਰੀਨ ਪਲਾਂ ਦਾ ਵੀਡੀਓ ਵੀ ਇੱਕ ਵਾਰ ਫਿਰ ਸਭ ਨੂੰ ਦਿਖਾਇਆ ਗਿਆ। ਕਾਨਫਰੰਸ ਦੇ ਵਿੱਚ ਜੈਵਲਿਨ ਥਰੋ ਦੇ ਵਿੱਚ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਭਾਰਤੀ ਫੌਜ, ਪ੍ਰਧਾਨ ਮੰਤਰੀ ਮੋਦੀ, ਐਥਲੈਟਿਕਸ ਫੈਡਰੇਸ਼ਨ ਤੇ ਆਪਣੇ ਸਪਾਂਸਰਸ ਦਾ ਜਿਹੜਾ ਧੰਨਵਾਦ ਕੀਤਾ। ਚੋਪੜਾ ਨੇ ਆਪਣਾ 골ਡ ਮੈਡਲ ਮਿਲਖਾ ਸਿੰਘ ਅਤੇ ਉਹਨਾਂ ਸਾਰੇ ਭਾਰਤੀ ਐਥਲੀਟਾਂ ਨੂੰ ਸਮਰਪਿਤ ਕੀਤਾ ਜੋ ਥੋੜੇ ਫਰਕ ਦੇ ਨਾਲ 골ਡ ਮੈਡਲ ਜਿੱਤਣ ਤੋਂ ਖੁੰਝਦੇ ਰਹੇ ਨੇ। ਪੰਜਾਬ ਦੀਆਂ ਖਬਰਾਂ 'ਚ ਜਾਂਦੇ ਇੱਕ ਹੋਰ ਅਹਿਮ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਭਾਰਤ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬੀ ਵੈਬ ਨਿਊਜ਼ ਚੈਨਲ ਹੈਗੇ ਨੇ ਉਹਨਾਂ ਦੇ ਉੱਤੇ ਰੋਕਾਂ ਲਾਈਆਂ ਜਾ ਰਹੀਆਂ ਨੇ। ਇਹਨਾਂ ਚੈਨਲਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਇਹ ਰੋਕਾਂ ਲਾਈਆਂ ਜਾ ਰਹੀਆਂ ਨੇ। ਕੁਝ ਕੁ ਚੈਨਲ ਨੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਚੱਲਣ ਤੋਂ ਰੋਕ ਦਿੱਤਾ ਗਿਆ ਹੈ ਫੇਸਬੁੱਕ ਉੱਤੇ। ਇਹਨਾਂ ਦੇ ਵਿੱਚੋਂ ਨਾਮ ਹੈ ਸੁਰਖਾਬ TV ਦਾ ਜਾਂ ਫਿਰ ਇੱਕ ਹੋਰ ਵਾਇਸ ਆਫ ਖਾਲਸਾ। ਇਹਨਾਂ ਨੂੰ ਭਾਰਤ ਦੇ ਵਿੱਚ ਖੋਲਣ ਤੋਂ ਰੋਕ ਦਿੱਤਾ ਗਿਆ। ਸਿੱਖ ਸੰਗਤ TV ਦਾ ਨਾਮ ਵੀ ਸ਼ਾਮਿਲ ਹੈ। ਕੈਨੇਡਾ ਤੋਂ ਪੰਜਾਬੀ ਹਫਤਾਵਰੀ ਅਖਬਾਰ ਚੜ੍ਹਦੀ ਕਲਾ ਦੇ ਸੰਪਾਦਕ ਗੁਰਪ੍ਰੀਤ ਸਿੰਘ ਸਹੋਤਾ ਦਾ ਫੇਸਬੁੱਕ ਵੀ ਇੰਡੀਆ ਦੇ ਵਿੱਚ ਖੋਲਣ ਤੋਂ ਰੋਕ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜੇ ਜੂਨ 2020 ਦੀ ਗੱਲ ਕਰ ਲਈਏ ਉਦੋਂ ਇੱਕ ਸਿੱਖ ਸਿਆਸਤ ਜਿਹੜਾ ਅਦਾਰਾ ਹੈ ਉਹਨਾਂ ਦੀ ਵੈਬਸਾਈਟ ਵੀ ਰੋਕ ਦਿੱਤੀ ਗਈ ਸੀ। ਉਸ ਤੋਂ ਬਾਅਦ TV 84, KTV UK, ਆਪਣਾ ਸਾਂਝਾ ਪੰਜਾਬ, ਵੈਬ TV ਇਹਨਾਂ ਦੇ ਜਿਹੜੇ ਮੀਡੀਆ ਨੂੰ ਵੀ ਭਾਰਤ ਦੇ ਵਿੱਚ ਚੱਲਣ ਤੋਂ ਰੋਕ ਦਿੱਤਾ ਗਿਆ ਸੀ ਤੇ ਹੁਣ ਇਹਨਾਂ ਚੈਨਲਾਂ ਨੂੰ ਚਲਾਉਣ ਵਾਲੇ ਜਿਹੜੇ
ਪੱਤਰਕਾਰ ਹੈਗੇ ਨੇ, ਜਿਹੜੇ ਪ੍ਰਬੰਧਕ ਹੈਗੇ ਨੇ, ਉਹਨਾਂ ਦੇ ਵੱਲੋਂ ਇੱਕ ਸਾਂਝੇ ਤੌਰ ਤੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖਾਸ ਕਰਕੇ ਵੈਬ ਮੀਡੀਆ ਅਦਾਰਿਆਂ ਨੂੰ, ਕਿ ਇਕੱਠੇ ਹੋ ਕੇ ਸਾਨੂੰ ਇਸ ਦਾ ਵਿਰੋਧ ਹੈ ਜਿਹੜਾ ਉਹ ਕਰਨਾ ਚਾਹੀਦਾ ਹੈ। ਇਹ ਵਰਤਾਰਾ ਕਾਫੀ ਗਲਤ ਵਰਤ ਰਿਹਾ ਹੈ। ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀਆਂ ਰੋਕਾਂ ਨੇ ਉਹ ਸਾਈਬਰ ਲਾਅ ਐਂਡ ਈ ਸਿਕਿਉਰਿਟੀ ਗਰੁੱਪ, ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦੇ IT ਐਕਟ ਦੇ ਸੈਕਸ਼ਨ 69A ਦੇ ਵਿੱਚ ਮਿਲੀਆਂ ਤਾਕਤਾਂ ਤਹਿਤ ਕੀਤੇ ਫੈਸਲੇ ਤੋਂ ਬਾਅਦ ਡਾਇਰੈਕਟਰ DS2 ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਦੇ ਵੱਲੋਂ ਲਵਾਈ ਜਾਂਦੀ ਹੈ ਤੇ ਇਹ ਰੋਕ IT ਰੂਲਸ 2009 ਦੀ ਉਲੰਘਣਾ ਕਰਕੇ ਲਾਈ ਜਾਂਦੀ ਹੈ, ਕਿਉਂਕਿ ਰੂਲ 8 ਅਤੇ ਰੂਲ 9 ਦੇ ਮੁਤਾਬਿਕ ਪ੍ਰਭਾਵਿਤ ਧਿਰ ਨੂੰ ਅਗਾਊਂ ਨੋਟਿਸ ਅਤੇ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਣਾ ਲਾਜ਼ਮੀ ਹੈ, ਪਰ ਸਰਕਾਰ ਅਜਿਹਾ ਹੁਣ ਨਹੀਂ ਕਰਦੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।